ਇੱਕ ਬੰਦਾ ਡਾਕਟਰ ਹੈ, ਉਹ ਕਹਿੰਦੇ ਜੀ ਉਹ ਰਿਟਾਇਰ ਹੋਇਆ ਵਾ, ਉਹਨੂੰ ਤਾਂ ਕਮਾਈ $2 ਲੱਖ ਦੀ ਹੈਗੀ ਹੈ, ਉਹਨੂੰ ਤੁਸੀਂ ਕਿਉਂ ਜੀ 올ਡ ਏਜ ਸਿਕਿਉਰਿਟੀ ਪੈਨਸ਼ਨ ਦਿੰਦੇ ਪਏ ਹੈਗੇ ਹੋ? ਜਿਹੜਾ ਬੰਦਾ ਗਰੀਬ ਹੈ ਉਹਨੂੰ ਦਿਓ ਜੀ, ਕਿਉਂਕਿ ਇਹ ਸੋਸ਼ਲ ਅਸਿਸਟੈਂਸ ਹੈ। 올ਡ ਏਜ ਸਿਕਿਉਰਿਟੀ ਅੱਗੋਂ ਪੈਸੇ ਖਤਮ ਹੋਏ ਨੇ ਸਾਡੇ, ਸਰਕਾਰ ਕੋਲ ਪੈਸੇ ਨਹੀਂ ਹੋਣੇ ਦੇਣ ਵਾਸਤੇ। ਦੁਨੀਆ ਬਹੁਤ ਰਿਟਾਇਰ ਹੋ ਰਹੀ ਹੈ ਜੀ, ਦੁਨੀਆ ਹੁਣ ਬੜੀ 올ਡ ਹੋ ਰਹੀ ਹੈ ਤੇ ਸਾਡੇ ਕੋਲ ਪੈਸਾ ਹੀ ਨਹੀਂ ਹੋਣਾ ਉਹਨੂੰ ਪੇ ਕਰਨ ਵਾਸਤੇ। ਤੁਸੀਂ ਅਮੀਰਾਂ ਨੂੰ ਪੈਸੇ ਦੇ ਰਹੇ ਹੋ ਕਿ ਗਰੀਬਾਂ ਨੂੰ ਪੈਸੇ ਨਹੀਂ ਦੇ ਰਹੇ। 2080 ਘੰਟੇ ਇੱਕ ਸਾਲ ਦੇ ਆਰ ਵਰਕਿੰਗ ਆਵਰਸ ਤੇ ਹਾਊ ਕੈਨ ਅ ਕਪਲ ਲਿਵ 28,000 ਦੇ ਨਾਲ ਪਰ ਈਅਰ ਅੰਡਰ ਪ੍ਰੀਵੇਲਿੰਗ ਸਰਕਮਸਟੈਂਸਸ। ਪੈਨਸ਼ਨ ਪ੍ਰੋਗਰਾਮਸ ਹੈਗੇ ਨਹੀਂ, ਇਹ ਲਿਵਿੰਗ ਪ੍ਰੋਗਰਾਮਸ ਨੇ ਕਿ ਹਾਂਜੀ ਇਹ ਤੇ ਲਿਵਿੰਗ ਹੋਏਗਾ। ਨਹੀਂ ਜੀ, ਇਹਨੂੰ ਵਰਡ ਯੂਜ਼ ਕਰਨਾ ਚਾਹੀਦਾ ਸਪੋਰਟ ਪ੍ਰੋਗਰਾਮ ਹੈ ਜੀ, ਸੋਸ਼ਲ ਅਸਿਸਟੈਂਸ ਹੈ, ਅਸਿਸਟ ਕਰਦੇ ਆ ਤੁਹਾਨੂੰ ਲਿਵਿੰਗ ਵਾਸਤੇ ਜੀ ਜੀ। ਇਹ ਰਿਪਲੇਸਮੈਂਟ ਨਹੀਂ ਹੈ ਜੀ। ਮਤਲਬ 24-25 ਸਾਲ ਹੋ ਗਏ ਮੈਨੂੰ ਕੈਨੇਡਾ 'ਚ ਰਹਿੰਦੇ ਨੂੰ। ਜੇ ਮੈਂ ਇੰਡੀਆ ਜਾ ਕੇ ਰਹਿਣਾ ਚਾਹਾਂ ਤਾਂ ਮੇਰੀ ਕਿਹੜੀ ਪੈਨਸ਼ਨ ਉੱਥੇ ਜਾ ਸਕਦੀ ਹੈ ਕਿ ਨਹੀਂ ਜਾ ਸਕਦੀ? ਕੋਈ ਅਗਰ ਤੁਹਾਡੀ ਇਨਕਮ ਉਸ ਲੈਵਲ ਤੋਂ ਥੱਲੇ ਰਹਿੰਦੀ ਹੈ ਤੁਹਾਨੂੰ ਉਹ ਸਪਲੀਮੈਂਟ ਵੀ ਮਿਲਦੇ ਨੇ, ਪਰ ਅਗਰ ਉਹ ਟੱਪ ਜਾਂਦੀ ਹੈ ਸਪਲੀਮੈਂਟ ਵੀ ਖਤਮ ਹੋਣੇ ਸ਼ੁਰੂ ਹੋ ਜਾਂਦੇ ਨੇ, ਉਹ ਨਹੀਂ ਮਿਲਦੇ। ਉਹ ਪੁੱਛਦੇ ਨੇ ਕਿ is there any minimum number of years that you should have to work in Canada to get OAS or GIS? ਮੈਂ ਹੁਣ ਹਜੇ 37 ਸਾਲ ਦਾ ਆ ਤੇ ਮੈਂ ਚਾਹੁੰਦਾ ਕਿ ਮੈਨੂੰ ਰਿਟਾਇਰਮੈਂਟ ਤੋਂ ਬਾਅਦ $4,000 ਤੋਂ $5,000 ਮਿਲਣ ਤੇ ਮੈਨੂੰ ਕਿਸ ਤਰ੍ਹਾਂ ਦੀ ਇਨਵੈਸਟਮੈਂਟ ਪਲੈਨਿੰਗ ਕਰਨੀ ਚਾਹੀਦੀ ਹੈ? ਇਹ 37 ਸਾਲ 'ਚ ਇਹਨੂੰ 65 ਦਾ ਫਿਕਰ ਪੈ ਗਿਆ ਮੁੰਡੇ ਨੂੰ। ਤੇ ਪ੍ਰੋਗਰਾਮ ਦੇ ਅੱਜ ਦੇ ਇਸ ਹਿੱਸੇ ਵਿੱਚ ਜਿਵੇਂ ਕਿ ਮੈਂ ਬੇਨਤੀ ਕੀਤੀ ਸੀ ਜੀ, ਅੱਜ ਅਸੀਂ ਰਿਕੁਐਸਟ ਕੀਤੀ ਹੈ CPA CGA ਅਕਾਊਂਟਸ ਦੇ ਮਾਹਰ ਫਾਈਨੈਂਸ਼ੀਅਲ ਐਕਸਪਰਟ ਸੁਰੇਸ਼ ਮਦਾਨ ਜੀ ਨੂੰ। ਮਦਾਨ ਸਾਹਿਬ ਤੁਹਾਡਾ ਬਹੁਤ ਸਵਾਗਤ ਜੀ, ਆਇਆਂ ਨੂੰ ਗੁੱਡ ਮਾਰਨਿੰਗ। ਥੈਂਕ ਯੂ ਰਿਸ਼ੀ ਜੀ, ਬਹੁਤ ਨਮਸਕਾਰ ਜੀ ਸਭ ਨੂੰ, ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ, ਬਹੁਤ ਮਿਹਰਬਾਨੀ। ਤੇ ਮਦਾਨ ਸਾਹਿਬ ਪਹਿਲਾਂ ਪੈਨਸ਼ਨ ਤੋਂ ਸ਼ੁਰੂ ਕਰਦੇ ਹਾਂ। ਵੀ ਬੜਾ ਕਨਫਿਊਜ਼ਨ ਸੀ ਕਿ ਪੈਨਸ਼ਨ ਬੰਦ ਨਹੀਂ ਹੋਣੀ ਚਾਹੀਦੀ। ਅਸੀਂ ਕਹਿ ਰਹੇ ਸੀ ਕਿ OAS ਨੂੰ ਘਟਾਇਆ ਜਾ ਸਕਦਾ ਹੈ, ਇਸ ਤਰ੍ਹਾਂ ਦੀ ਮੰਗ ਹੋ ਰਹੀ ਹੈ ਤੇ ਉਹ ਕਹਿੰਦੇ ਸੀ ਕਿ ਪੈਨਸ਼ਨ ਨਾ ਘਟਾਓ। ਸੋ ਪਹਿਲਾਂ ਤਾਂ ਇਹ ਦੱਸੋ ਕਿ ਪੈਨਸ਼ਨ ਤੇ ਜਿਹੜੇ ਬੈਨੀਫਿਟਸ ਨੇ ਇਹਨਾਂ 'ਚ ਫਰਕ ਕੀ ਹੈ ਜੀ? ਸੋ ਆਪਾਂ ਜਿਹੜਾ ਆਪਣਾ ਪਿਛਲਾ ਟੌਪਿਕ ਸੀਗਾ ਜੀ, ਪਿਛਲਾ ਟੌਪਿਕ ਨਾ ਮੇਨਲੀ ਆਪਾਂ ਕਨਸੈਂਟਰੇਟ ਕੀਤਾ ਕੈਨੇਡਾ ਪੈਨਸ਼ਨ ਪਲਾਨ ਦੇ ਉੱਪਰ ਨਾ ਜੀ CPP ਸੀਗਾ ਜੀ। ਉਹ ਮੇਨ ਜਿਹੜੀ ਗੱਲ ਆਉਂਦੀ ਨਾ, ਆਪਾਂ ਜਦੋਂ ਸੀਨੀਅਰ ਦੀ ਗੱਲ ਕਰਦੇ ਹਾਂ 65 ਤੋਂ ਉੱਪਰ ਦੀ ਗੱਲ ਕਰਦੇ ਹਾਂ, ਆਪਾਂ ਸਾਰੇ ਜਿਹੜੇ ਪੈਸੇ ਮਿਲਦੇ ਨੇ ਆਪਾਂ ਕਹਿੰਦੇ ਪੈਨਸ਼ਨ ਮਿਲਦੀ ਮੈਨੂੰ ਜੀ। ਉਹ ਪੈਨਸ਼ਨ ਜਦੋਂ ਤੁਸੀਂ ਆਪਣਾ ਅਕਾਊਂਟ ਦੇਖੋ ਉਹਦੇ 'ਚ 1 ਨਹੀਂ 2 ਨਹੀਂ 3 ਨਹੀਂ 4 ਤਰ੍ਹਾਂ ਦੇ ਡਿਫਰੈਂਟ ਪੈਸੇ ਆਉਂਦੇ ਨੇ, ਪਰ ਉਹ ਅਸੀਂ 4 ਤਰ੍ਹਾਂ ਨੂੰ ਨਾ ਵੱਖਰਾ ਨਹੀਂ ਕਰ ਪਾਏ। ਅਸੀਂ ਤਾਂ ਕਹਿੰਦੇ ਵੀ ਦੇਖੋ ਜੀ ਮੈਨੂੰ $1,500 ਮਹੀਨੇ ਦਾ ਆਉਂਦਾ ਹੈ, 2,000 ਮਹੀਨੇ ਦਾ ਆਉਂਦਾ ਹੈ ਜੀ, ਪਰ ਆਪਾਂ ਉਹਨੂੰ ਵੱਖਰਾ ਨਹੀਂ ਕਰ ਪਾਏ। ਸੋ ਕਨਫਿਊਜ਼ਨ ਬੜੀ ਹੋ ਗਈ ਕਿ ਭਈ ਜਿਹੜੀ ਗੱਲ ਆਪਾਂ ਕਰ ਰਹੇ ਹਾਂ ਕੈਨੇਡਾ ਪੈਨਸ਼ਨ ਪਲਾਨ, ਉਹੀ ਸਾਰੀਆਂ ਇੱਕੋ ਹੀ ਪੈਨਸ਼ਨ ਹੈਗੀ ਹੈ। ਜਿਹੜਾ ਫੈਕਟ ਹੈਗਾ ਵੈ ਕਿ ਆਪਾਂ ਕੈਨੇਡਾ ਦੇ ਵਿੱਚ ਨਾ ਡਿਫਰੈਂਟ ਤਰ੍ਹਾਂ ਦੀਆਂ ਪੈਨਸ਼ਨਾਂ ਨੇ। ਸੋ ਆਪਾਂ ਬਰੀਫਲੀ 2 ਮਿੰਟ ਲਵਾਂਗੇ ਕੁਇਕਲੀ ਗੱਲ ਕਰਨ ਵਾਸਤੇ ਕਿ ਜਿਹੜੀ ਮੇਨ ਪੈਨਸ਼ਨ ਜਿਹੜੀ ਆਪਾਂ ਗੱਲ ਕਰਦੇ ਹਾਂ ਸੀਨੀਅਰਸ ਦੀ, ਉਹ ਹੈਗੀ 올ਡ ਏਜ ਸਿਕਿਉਰਿਟੀ OAS ਜਿਹੜੀ ਹੈਗੀ ਹੈ ਜੀ। ਉਹ ਪੈਨਸ਼ਨ ਮਿਲਦੀ ਹੈ ਜਦ ਤੁਸੀਂ 65 ਸਾਲ ਤੋਂ ਉੱਪਰ ਹੋ ਜਾਂਦੇ ਹੋ ਤੇ 10 ਸਾਲ ਤੁਸੀਂ ਕੈਨੇਡਾ ਵਿੱਚ ਰਹਿ ਲੈਂਦੇ ਹੋ। ਇਹ ਪੈਨਸ਼ਨ ਹਰ ਇੱਕ ਬੰਦੇ ਨੂੰ ਮਿਲਦੀ ਹੈ। ਇਹ ਮਤਲਬ 65 ਤੋਂ ਉੱਪਰ ਹੋ ਗਏ, ਤੁਸੀਂ 올ਡ ਏਜ ਹੈਗੇ ਹੋ, ਤੁਹਾਨੂੰ ਇਹ ਪੈਨਸ਼ਨ ਮਿਲਦੀ ਹੈਗੀ ਹੈ। ਉਸ ਤੋਂ ਇਲਾਵਾ ਜਿਹੜੀ ਆਪਾਂ ਪਿਛਲੀ ਵਾਰੀ ਗੱਲ ਕੀਤੀ ਸੀ, ਉਹ ਗੱਲ ਕੀਤੀ ਸੀ ਕਿ ਕੈਨੇਡਾ ਪੈਨਸ਼ਨ ਪਲਾਨ CPP ਜਿਹੜੀ ਕੰਮ ਵਾਲੀ ਪੈਨਸ਼ਨ ਹੈ, ਉਹਦੀ ਰਿਕੁਆਇਰਮੈਂਟ ਇਹ ਹੈਗੀ ਹੈ ਕਿ ਤੁਸੀਂ ਆਪਣਾ ਇੱਥੇ ਕੈਨੇਡਾ ਵਿੱਚ ਕੰਮ ਕੀਤਾ ਹੋਇਆ ਵਾ ਤਾਂ ਤੁਹਾਨੂੰ ਪੈਨਸ਼ਨ ਮਿਲਣੀ ਹੈਗੀ ਹੈ। ਤੀਜੀ ਪੈਨਸ਼ਨ ਆਉਂਦੀ ਹੈ ਗਰੰਟਿਡ ਇਨਕਮ ਸਪਲੀਮੈਂਟ। ਉਹਨੂੰ ਕਹਿੰਦੇ ਆ ਆਪਾਂ ਜਿਹੜੇ ਬੰਦੇ ਦੀ ਇਨਕਮ ਘੱਟ ਹੁੰਦੀ ਹੈ ਥੋੜ੍ਹੀ, ਆਪਣਾ ਹੋਰ ਕੋਈ ਉਹਨਾਂ ਕੋਲ ਹੈ ਨਹੀਂ ਇਨਕਮ, CPP ਨਹੀਂ ਹੈਗੀ ਹੈ, ਕੰਮ ਦੀ ਪੈਨਸ਼ਨ ਨਹੀਂ ਹੈਗੀ, ਕੁਛ ਨਹੀਂ ਹੈਗਾ, ਉਹ ਇਨਕਮ ਥੋੜ੍ਹੀ ਹੈ ਉਹਨਾਂ ਦੀ, ਉਹਨਾਂ ਨੂੰ ਗਰੰਟਿਡ ਇਨਕਮ ਸਪਲੀਮੈਂਟ ਵੀ ਮਿਲਦੇ ਹੈ। ਲਾਸਟ ਜਿਹੜਾ ਹੈਗਾ ਵੈ ਅਲਬਰਟਾ ਵਾਸਤੇ ਆਪਾਂ ਕਹਿੰਦੇ ਹਾਂ ਅਲਬਰਟਾ ਸੀਨੀਅਰ ਬੈਨੀਫਿਟ, ਜਿਹੜਾ ਅਲਬਰਟਾ ਗਵਰਨਮੈਂਟ ਦਿੰਦੀ ਹੈਗੀ ਹੈ। ਅਗੇਨ ਉਹਨਾਂ ਨੂੰ ਮਿਲਦੀ ਹੈ ਜਿਨ੍ਹਾਂ ਨੂੰ 올ਡ ਏਜ ਸਿਕਿਉਰਿਟੀ ਪੈਨਸ਼ਨ ਮਿਲਦੀ ਹੈਗੀ ਹੈ ਜੀ। ਸੋ ਇਹ ਚਾਰੋਂ ਆਪਾਂ ਇਕੱਠੀਆਂ ਕਰ ਲਈਏ ਨਾ, ਇਹ ਤੁਹਾਡਾ 1,500 1,000 2,000 ਡਿਪੈਂਡਿੰਗ ਔਨ ਤੁਹਾਡਾ ਜੋ ਵੀ ਰਿਕੁਆਇਰਮੈਂਟ ਹੈਗੀ ਹੈ, ਇਹ ਇਸ ਤਰ੍ਹਾਂ ਪੈਨਸ਼ਨਾਂ ਬਣਦੀਆਂ ਹੈਗੀਆਂ ਵੈ। ਰਾਈਟ ਜੀ। ਹੁਣ ਜਿਹੜੀ ਇਹ ਗੱਲ ਘੱਟ ਕਰਨ ਦੀ ਕੀਤੀ ਜਾ ਰਹੀ ਸੀ, ਉਹ ਇਹਦੇ ਵਿੱਚੋਂ ਕੀ ਘੱਟ ਕਰਨਾ ਸੀ ਉਹਨਾਂ ਨੇ? ਸੋ ਜਿਹੜਾ ਆਪਾਂ ਜਦੋਂ ਪੈਨਸ਼ਨਾਂ ਦੀ ਗੱਲ ਕਰਦੇ ਨਾ, ਹੁਣ 올ਡ ਏਜ ਸਿਕਿਉਰਿਟੀ ਜਿਹੜੀ ਪੈਨਸ਼ਨ ਹੈਗੀ ਉਹ ਤੁਹਾਡੇ ਟੈਕਸਿਸ ਵਿੱਚੋਂ ਆ ਰਹੀ ਹੈ ਕਿ ਜੋ ਤੁਸੀਂ ਟੈਕਸ ਪੇ ਕੀਤੇ ਸਾਰੇ, ਨੋਟ ਮੀ ਯੂ, ਜਿਹਨੇ ਵੀ ਟੈਕਸ ਪੇ ਕੀਤੇ ਹੈ ਉਹ ਸਰਕਾਰ ਦਿੰਦੀ ਪਈ ਹੈ ਪੈਨਸ਼ਨ, ਸਰਕਾਰ ਆਪਣੇ ਪੱਲਿਓਂ ਦਿੰਦੀ ਪਈ ਹੈ। ਇਸ ਤੋਂ ਇਲਾਵਾ ਅਗਰ ਉਹਨੂੰ ਕੰਪੇਅਰ ਕਰਦੀ ਹੈ ਕੈਨੇਡਾ ਪੈਨਸ਼ਨ ਪਲਾਨ, ਉਹ ਪੈਸਾ ਆ ਰਿਹਾ ਵੈ ਜੋ ਤੁਸੀਂ ਪਾਇਆ ਸੀਗਾ, ਜੋ ਤੁਸੀਂ ਕੰਮ ਕੀਤਾ ਸੀਗਾ, ਤੁਹਾਡਾ ਹੀ ਪੈਸਾ ਤੁਹਾਨੂੰ ਵਾਪਸ ਆ ਰਿਹਾ ਹੈਗਾ ਵੈ। ਸੋ ਹੁਣ ਜਿਹੜੀ ਮੇਨ ਗੱਲ ਆਉਂਦੀ ਪਈ ਉਹ ਕਹਿੰਦੇ ਜੀ ਕਿ ਜੀ 올ਡ ਏਜ ਸਿਕਿਉਰਿਟੀ ਪੈਨਸ਼ਨ ਜਿਹੜੀ ਹੈਗੀ ਹੈ, ਕੁਛ ਲੋਕ ਜਿਹੜੇ ਹੈਗੇ ਨੇ ਬਹੁਤ ਜ਼ਿਆਦਾ ਪੈਸੇ ਕਮਾਉਂਦੇ ਨੇ,
ਉਹਨਾਂ ਨੂੰ ਪੈਨਸ਼ਨ ਵੀ ਹੁਣ ਇੱਕ ਬੰਦਾ ਡਾਕਟਰ ਹੈ, ਉਹ ਕਹਿੰਦੇ ਜੀ ਉਹ ਰਿਟਾਇਰ ਹੋਇਆ ਵਾ, ਉਹਨੂੰ ਤਾਂ ਕਮਾਈ $2 ਲੱਖ ਦੀ ਹੈਗੀ ਹੈ, ਉਹਨੂੰ ਤੁਸੀਂ ਕਿਉਂ ਜੀ ਓਲਡ ਸਿਕਿਉਰਿਟੀ ਪੈਨਸ਼ਨ ਦਿੰਦੇ ਪਏ ਹੈਗੇ ਹੋ? ਜਿਹੜਾ ਬੰਦਾ ਗਰੀਬ ਹੈ ਉਹਨੂੰ ਦਿਓ ਜੀ, ਕਿਉਂਕਿ ਇਹ ਸੋਸ਼ਲ ਅਸਿਸਟੈਂਸ ਹੈ, ਇਹਦੇ ਕਾਰਨ ਹੈਗਾ ਵਾ। ਸੋ ਉਹ ਸ਼ੋਰ ਬੜਾ ਪੈ ਰਿਹਾ ਜੀ ਕਿ ਓਲਡ ਏਜ ਸਿਕਿਉਰਿਟੀ ਅੱਗੋਂ ਪੈਸੇ ਖਤਮ ਹੋਏ ਨੇ ਸਾਡੇ, ਸਰਕਾਰ ਕੋਲ ਪੈਸੇ ਨਹੀਂ ਹੋਣੇ ਦੇਣ ਵਾਸਤੇ। ਦੁਨੀਆ ਬਹੁਤ ਰਿਟਾਇਰ ਹੋ ਰਹੀ ਹੈ ਜੀ, ਦੁਨੀਆ ਹੁਣ ਬੜੀ ਓਲਡ ਹੋ ਰਹੀ ਹੈ ਅਤੇ ਸਾਡੇ ਕੋਲ ਪੈਸਾ ਹੀ ਨਹੀਂ ਹੋਣਾ ਉਹਨੂੰ ਪੇ ਕਰਨ ਵਾਸਤੇ। ਤਾਂ ਤੁਸੀਂ ਅਮੀਰਾਂ ਨੂੰ ਪੈਸੇ ਦੇ ਰਹੇ ਹੋ ਕਿ ਗਰੀਬਾਂ ਨੂੰ ਪੈਸੇ ਨਹੀਂ ਦੇ ਰਹੇ? ਤਾਂ ਕਹਿੰਦੇ ਜੀ ਕਿ ਜਿਹੜੀ ਇੱਕ ਪ੍ਰਪੋਜ਼ਲ ਚੱਲਿਆ ਵਾ, ਜਦੋਂ ਬਜਟ ਦਾ ਪ੍ਰਪੋਜ਼ਲ ਚੱਲਿਆ ਵਾ, ਇੱਕ ਗਰੁੱਪ ਨੇ ਕਿਹਾ ਹੈਗਾ ਜੀ ਕਿ ਹਾਂਜੀ ਜਿਹੜੇ ਓਲਡ ਏਜ ਬੰਦੇ ਵਾਲੇ $1 ਲੱਖ ਤੋਂ ਉੱਪਰ ਕਮਾਉਂਦੇ ਆ ਨਾ, ਉਹਨਾਂ ਨੂੰ ਓਲਡ ਏਜ ਸਿਕਿਉਰਿਟੀ ਪੈਨਸ਼ਨ ਨਹੀਂ ਮਿਲਣੀ ਚਾਹੀਦੀ ਹੈਗੀ। ਐਟ ਪ੍ਰੈਜ਼ੈਂਟ ਹਰ ਇੱਕ ਬੰਦੇ ਨੂੰ ਪੈਨਸ਼ਨ ਮਿਲਦੀ ਹੈਗੀ ਹੈ। ਯੈਸ, ਸਾਡੇ ਕੋਲ ਵਰਡ ਹੈਗਾ ਵਾ ਕਲॉबੈਕ, ਮੈਂ ਉਹਨੂੰ ਬਾਅਦ 'ਚ ਐਕਸਪਲੇਨ ਕਰ ਸਕਦਾ ਵਾਂ, ਲੇਕਿਨ ਉਹ ਚਾਹੁੰਦੇ ਨੇ ਕਿ ਹਾਂਜੀ ਆਪਣਾ ਓਲਡ ਏਜ ਸਿਕਿਉਰਿਟੀ ਹਾਇਰ ਇਨਕਮ ਵਾਲੇ ਬੰਦਿਆਂ ਨੂੰ ਬੰਦ ਕਰਤੀ ਜਾਵੇ। ਸੋ ਉਹਦੇ ਵਾਸਤੇ ਕੋਈ ਇਨਕਮ ਦੀ ਥ੍ਰੈਸ਼ਹੋਲਡ ਰੱਖੀ ਜਾ ਰਹੀ ਹੈ? ਬਿਲਕੁਲ। ਸੋ ਐਕਚੁਅਲੀ ਜ਼ਿਆਦਾ ਇਨਕਮ, ਸੋ ਜਦੋਂ ਰੌਲਾ ਪੈਂਦਾ ਨਾ, ਇੱਕ ਕੰਟਰੋਵਰਸੀ ਆਉਂਦੀ ਹੈ, ਉਹ ਬੰਦਾ ਕਹਿੰਦਾ ਨਹੀਂ ਜੀ ਨਹੀਂ, ਹਾਇਰ ਇਨਕਮ ਬੰਦਿਆਂ ਨੂੰ ਪੈਨਸ਼ਨਾਂ ਬਿਲਕੁਲ ਬੰਦ ਕਰ ਦਿਓ ਜੀ, ਹੁਣੇ ਮਿਲਣੀਆਂ ਨਹੀਂ ਚਾਹੀਦੀਆਂ। ਜਿਹੜਾ ਫੈਕਟ ਇਹ ਹੈਗਾ ਵੈ ਕਿ ਉਹ ਆਲਰੇਡੀ ਬੰਦ ਹੈਗੀ ਹੈ। ਅਗਰ ਤੁਹਾਡੀ ਇਨਕਮ $93,000 ਤੋਂ ਉੱਪਰ ਹੈਗੀ ਹੈ, ਤੁਹਾਡੀ ਪੈਨਸ਼ਨ 15% ਦੇ ਹਿਸਾਬ ਦੇ ਨਾਲ ਘਟਣੀ ਸ਼ੁਰੂ ਹੋ ਜਾਂਦੀ ਹੈ। ਅੱਛਾ, ਇੱਥੇ ਥੋੜ੍ਹਾ ਜਿਹਾ ਮੈਂ ਸੁਰੇਸ਼ ਜੀ ਤੁਹਾਨੂੰ ਟੋਕ ਰਿਹਾ, ਸੌਰੀ ਫॉर दैट। ਤੁਸੀਂ ਕਿਹਾ ਕਿ ਹੁਣ ਪੈਨਸ਼ਨ ਤਾਂ ਮਿਲਦੀ ਉਹਨੂੰ ਆ ਜਿਹੜਾ 65 ਤੋਂ ਉੱਪਰ ਚਲਾ ਗਿਆ, ਬਿਲਕੁਲ ਠੀਕ, ਸੀਨੀਅਰ ਹੋ ਗਿਆ, ਉਹਨੂੰ ਹੁਣ ਇਨਕਮ ਕਿੱਥੋਂ ਆਉਣੀ ਆ? ਉਹ ਜਿਹੜਾ ਤੁਸੀਂ ਸ਼ਬਦ ਵਰਤਿਆ ਵੀ ਜੇ ਇਨਕਮ 1 ਲੱਖ ਹੈਗੀ ਆ ਉਹਦੀ, ਤਾਂ ਉਹਨੂੰ ਇਨਕਮ ਕਿੱਥੋਂ ਆਉਂਦੀ ਹੈ ਜਿਹੜਾ ਰਿਟਾਇਰ ਹੋਇਆ ਹੈ? ਸੋ ਰਿਸ਼ੀ ਜੀ, ਅਸੀਂ ਇੰਡੀਆ ਤੋਂ ਆਉਂਦੇ ਹਾਂ, ਮੈਂ ਤਾਂ ਇੰਡੀਆ ਨੂੰ ਕੌਨਸਨਟਰੇਟ ਕਰਾਂਗਾ। ਜੀ। ਛੋਟੇ ਹੁੰਦੇ ਤੋਂ ਨਾ ਮੈਨੂੰ ਸਿਖਾਇਆ ਗਿਆ ਕਿ ਪੁੱਤ ਜੇ ਤੂੰ 1000 ਕਮਾਨਾ ਤਾਂ 100 ਬਚਾ ਲੈ ਜੀ, ਬਚਾ ਕੇ ਰੱਖ, ਕੱਲ ਨੂੰ ਤੇਰੀ ਲੋੜ ਪੈਣੀ ਹੈ ਜਦੋਂ ਤੇਰੀ ਓਲਡ ਏਜ ਹੋ ਜਾਣੀ ਹੈ, ਠੀਕ ਹੈ ਨਾ। ਸੋ ਹੁਣ ਸਾਰੀ ਉਮਰ ਮੈਂ ਕੰਮ ਕੀਤਾ, ਸਾਰੀ ਉਮਰ ਮੈਂ ਪੈਸੇ ਬਚਾਏ, ਮੈਂ ਸ਼ਾਇਦ RRS ਵਿੱਚ ਵੀ ਪਾਏ ਹੋਣਗੇ, ਮੇਰੀਆਂ ਸੇਵਿੰਗਸ ਵੀ ਹੋਣਗੀਆਂ, ਉਸ ਸੇਵਿੰਗਸ ਦਾ ਇੰਟਰਸਟ ਵਾਪਸ ਆਉਂਦਾ। ਹੋ ਸਕਦਾ ਵਾ ਕਿ ਮੈਂ ਕਿੱਥੇ ਕੰਮ ਕਰਦਾ ਸੀਗਾ, ਸਿਟੀ ਆਫ ਕੈਲਗਰੀ ਕੰਮ ਕਰਦਾ ਸੀਗਾ, ਜਾਂ ਮੈਂ ਆਪਣੇ ਗਵਰਨਮੈਂਟ 'ਚ ਕੰਮ ਕਰਦਾ ਸੀਗਾ, ਜਾਂ ਮੈਂ ਆਇਲ ਐਂਡ ਗੈਸ, ਉੱਥੋਂ ਵਰਕ ਪਲੇਸ ਦੀ ਪੈਨਸ਼ਨ ਵੀ ਆਉਂਦੀ ਹੈ। ਮੈਂ ਹੋ ਸਕਦਾ ਵਾ ਕਿ ਸਟਾਕਸ ਇਨਵੈਸਟਮੈਂਟ 'ਚ ਪੈਸੇ ਲਾਏ ਹੋਣਗੇ, ਉਹਦੇ ਮੈਨੂੰ ਡਿਵੀਡੈਂਡ ਆ ਰਿਹਾ ਵਾ, ਜਾਂ ਮੈਂ ਉਹ ਸਟਾਕ ਵੇਚੇ ਨੇ, ਉਹਦੇ ਪੈਸੇ ਵਾਪਸ ਆਉਂਦੇ ਪਏ ਨੇ। ਸੋ ਇਨਕਮ ਦੇ ਸੋਰਸ ਹੈ। ਹੋ ਸਕਦਾ ਮੈਂ ਪਾਰਟ ਟਾਈਮ ਜੋਬ ਵੀ ਕਰਦਾ ਹੋਵਾਂਗਾ ਜੀ। ਹਾਂਜੀ, 65 ਸਾਲ ਤੋਂ ਅੱਜ ਕੱਲ੍ਹ ਤਾਂ ਬੰਦਾ 65 ਸਾਲ ਤੋਂ ਵੀ ਜਵਾਨ ਲੱਗਦਾ ਜੀ। ਬੰਦਾ ਕਹਿੰਦਾ ਜੀ ਕੋਈ ਨਹੀਂ ਜੀ, ਮੇਰੇ ਤਾਂ ਹੱਡ ਪੈਰ ਚੱਲਦੇ, ਮੈਨੂੰ 4 ਘੰਟੇ ਕੰਮ ਕਰ ਲੈਣ ਦਿਓ, ਮੈਂ ਉੱਪਰ ਚਲਾਨਾ ਵਾ ਜੀ। ਸੋ ਇਨਕਮ ਦੇ ਸੋਰਸਿਸ ਬੜੇ ਹੈਗੇ ਜੀ ਜਿੱਥੋਂ ਇਨਕਮ ਆ ਸਕਦੀ ਹੈ। ਹਾਂਜੀ, ਹੁਣ ਇਹ ਹੈਗਾ ਵਾ ਉਹ ਕਿੰਨੀ ਹੈ। ਓਕੇ, ਹੁਣ ਉਹ ਜਿਹੜੀ ਇਨਕਮ ਹੈ, ਚਾਹੇ ਉਹਨਾਂ ਦੀਆਂ ਆਪਣੀਆਂ ਪੈਨਸ਼ਨ ਆ, ਚਾਹੇ ਉਹ ਕੰਮ ਕਰ ਰਹੇ ਨੇ, ਚਾਹੇ ਉਹਨਾਂ ਨੂੰ ਡਿਵੀਡੈਂਡ ਆ ਰਿਹਾ, ਚਾਹੇ ਉਹਨਾਂ ਦੀ ਆਪਣੀ ਬਚਤ ਹੈ ਜਿਹੜੀ, ਉਹ ਉਹਨਾਂ ਦੀ ਆਮਦਨੀ ਹੈ। ਬਿਲਕੁਲ ਠੀਕ ਹੈ ਜੀ, ਉਹ ਇਨਕਮ ਹੈ, ਉਹਨੂੰ ਇਨਕਮ ਕਾਊਂਟ ਕਰਾਂਗੇ, ਉਹਨੂੰ ਇਨਕਮ ਕਹਾਂਗੇ ਅਸੀਂ। ਹੁਣ ਜਿਹਨੂੰ ਇਨਕਮ ਮਿਲਦੀ ਹੈ, ਜਿਹਦੇ ਕੋਲ 1 ਲੱਖ ਹੈਗੀ ਆ, ਤੁਸੀਂ 93,000 ਦਾ ਪੁਆਇੰਟ ਦੱਸਿਆ, ਸੋ ਜਿਹਦੇ ਕੋਲ 93,000 ਦੀ ਇਨਕਮ ਹੈ, ਉਹਨੂੰ ਓਲਡ ਏਜ ਸਿਕਿਉਰਿਟੀ ਨਹੀਂ ਮਿਲਦੀ, ਘਟਣੀ ਸ਼ੁਰੂ ਹੋ ਜਾਂਦੀ ਹੈ ਜੀ। ਸੋ ਹਰ 1000 ਪਿੱਛੇ $150 ਘਟ ਜਾਂਦੀ ਹੈ। ਅੱਛਾ ਜੀ, ਠੀਕ ਹੈ ਨਾ। ਕਰਦੇ $1.5 ਲੱਖ ਤੱਕ ਖਤਮ ਹੋ ਜਾਂਦੀ ਹੈ। ਸੋ ਐਸ ਟਾਈਮ ਅਗਰ ਤੁਸੀਂ 1,53,000, ਆਈ ਥਿੰਕ ਦੈਟਸ ਦ ਐਗਜ਼ੈਕਟ ਨੰਬਰ, ਸਮਥਿੰਗ ਰਫਲੀ ਦੈਟ, ਇਹ ਨੰਬਰ ਚੇਂਜ ਹੁੰਦਾ ਹੈ ਹਰ ਸਾਲ। 1,53,000 ਜੇ ਤੁਸੀਂ ਕਮਾਉਂਦੇ ਹੋ ਨਾ, ਤੇ ਤੁਹਾਡੀ ਪੈਨਸ਼ਨ ਜਿਹੜੀ ਹੈਗੀ ਹੈ ਉਹ ਖਤਮ ਹੋ ਜਾਂਦੀ ਹੈ, ਤੁਹਾਨੂੰ ਨਹੀਂ ਉਹ ਪੈਨਸ਼ਨ ਮਿਲਦੀ ਜੀ। ਮਤਲਬ OAS, ਦੈਟਸ ਕਰੈਕਟ, OAS ਨਹੀਂ ਮਿਲਦੀ ਹੈ। ਬਿਲਕੁਲ ਠੀਕ ਗੱਲ ਹੈ, CPP ਮਿਲਦੀ ਹੈ। ਅੱਛਾ, ਇੱਕ ਗਰੰਟੀਡ ਸਕੀਮ ਵੀ ਹੈ ਕੋਈ ਜੀ, ਉਹ ਕੀ ਚੀਜ਼ ਹੈ? ਗਰੰਟੀਡ ਇਨਕਮ ਸਪਲੀਮੈਂਟ ਜੀ। ਸੋ ਜਿਹਨੂੰ ਓਲਡ ਏਜ ਸਿਕਿਉਰਿਟੀ ਪੈਨਸ਼ਨ ਮਿਲਦੀ ਹੈ ਉਹਨੂੰ ਹੀ ਮਿਲ ਸਕਦੇ ਨੇ। ਸੋ ਪਹਿਲੀ ਗੱਲ ਤਾਂ ਉੱਥੋਂ ਆਪਾਂ ਕਲੀਅਰ ਕਰ ਲਈਏ ਕਿ ਜੇ ਤੁਹਾਨੂੰ ਓਲਡ ਏਜ ਦੀ ਪੈਨਸ਼ਨ ਨਹੀਂ ਮਿਲਦੀ ਨਾ, ਤਾਂ ਤੁਹਾਨੂੰ ਉਹ ਸਪਲੀਮੈਂਟ ਨਹੀਂ ਮਿਲਦੇ ਹੈਗੇ, ਠੀਕ ਹੈ। ਉਹ ਸਪਲੀਮੈਂਟ ਮਿਲਦੇ ਤੁਹਾਡੀ ਲੋ ਇਨਕਮ ਵਾਲੇ। ਹੁਣ ਮੈਂ ਇਹ ਗੱਲ ਕੀਤੀ, ਹਾਂਜੀ ਤੁਹਾਡੇ ਕੋਲ ਡਿਵੀਡੈਂਡ ਆ ਰਿਹਾ ਵਾ, ਤੁਹਾਡੇ ਕੋਲ ਇੰਟਰਸਟ ਆ ਰਿਹਾ ਵਾ, ਤੁਸੀਂ ਊਬਰ ਦਾ ਕੰਮ ਕਰਦੇ ਹੋ, ਮੈਂ ਕੁਛ ਨਹੀਂ ਕੰਮ ਕਰਦਾ ਜੀ, ਕਰ ਨਹੀਂ ਪਾਉਂਦਾ, 65 ਸਾਲ ਹੋ ਗਿਆ ਵਾ, ਨਹੀਂ ਮੇਰੀ ਸਿਹਤ ਅਲਾਓ ਕਰਦੀ ਹੈਗੀ, ਸੋ ਮੈਂ ਲੋ ਇਨਕਮ 'ਚ ਆ ਗਿਆ। ਹੁਣ ਅਗਰ ਤੁਸੀਂ ਲੋ ਇਨਕਮ ਹੋ, ਤੁਹਾਨੂੰ ਉਹ ਐਕਸਟਰਾ ਪੈਨਸ਼ਨ ਮਿਲਦੀ ਹੈ। ਹੁਣ ਡਿਪੈਂਡਿੰਗ ਔਨ ਤੁਹਾਡੀ ਕਿੰਨੀ ਇਨਕਮ ਹੈ, ਸਿੰਗਲ ਹੈਗੇ ਹੋ ਤਾਂ 21,000 ਤੋਂ ਨੀਚੇ ਹੈ, ਕਪਲ ਹੈਗੇ ਹੋ 28,000 ਤੋਂ ਨੀਚੇ ਹੈਗਾ ਵਾ। ਸੋ ਅਗਰ ਤੁਹਾਡੀ ਇਨਕਮ ਉਸ ਲੈਵਲ ਤੋਂ ਥੱਲੇ ਰਹਿੰਦੀ ਹੈ, ਤੁਹਾਨੂੰ ਉਹ ਸਪਲੀਮੈਂਟ ਵੀ ਮਿਲਦੇ ਨੇ। ਪਰ ਅਗਰ ਉਹ ਟੱਪ ਜਾਂਦੀ ਹੈ, ਸਪਲੀਮੈਂਟ ਵੀ ਖਤਮ ਹੋਣੇ ਸ਼ੁਰੂ ਹੋ ਜਾਂਦੇ ਨੇ, ਉਹ ਨਹੀਂ ਮਿਲਦੇ। ਓਕੇ, ਸੋ ਜ਼ਬਾਨੀ ਹਿਸਾਬ ਲਾ ਲਈਏ, ਤੁਹਾਡੀ ਇਨਕਮ 60,000 70,000 ਹੈਗੀ ਹੈ, ਨੋਟ 93,000, ਓਲਡ ਏਜ ਸਿਕਿਉਰਿਟੀ ਮਿਲੇਗੀ, ਸਪਲੀਮੈਂਟ ਨਹੀਂ ਮਿਲਣਗੇ।
ਜੀ ਅੱਛਾ ਹੁਣ ਜਦੋਂ ਆਪਾਂ 93,000 ਦੀ ਫਿਰ ਗੱਲ ਕੀਤੀ ਹੈ, ਇਹਨੂੰ ਆਪਾਂ ਹੋਰ ਥੋੜ੍ਹਾ ਜਿਹਾ ਕਲੀਅਰ ਕਰੀਏ। 93,000 ਸਿਰਫ ਸੀਨੀਅਰ ਵਿਅਕਤੀ ਦੀ ਹੋਣੀ ਚਾਹੀਦੀ ਹੈ ਕਿ ਉਹਦੀ ਵਾਈਫ ਵੀ ਹੈ, ਉਹਦੇ ਬੇਟੇ ਵੀ ਹੈ ਘਰ 'ਚ, ਹਾਊਸ ਹੋਲਡ? ਫੈਮਿਲੀ ਇਨਕਮ। ਸੋ ਫੈਮਿਲੀ ਇਨਕਮ ਕਪਲ ਜੀ। ਆਪਾਂ ਕਿਉਂਕਿ 65 ਹੈ ਅਸੀਂ ਅਜ਼ਿਊਮ ਕਰ ਰਹੇ ਹਾਂ, ਅਜ਼ੰਪਸ਼ਨ ਹੈ ਕਿ ਹਾਂਜੀ ਕੋਈ 18 ਸਾਲ ਤੋਂ ਨੀਚੇ ਕੋਈ ਨਹੀਂ ਹੈਗਾ ਆਪਣਾ, ਤੋ ਕਪਲ ਦੀ ਦੋਨਾਂ ਦੀ ਹਸਬੈਂਡ ਐਂਡ ਵਾਈਫ ਉਹਨਾਂ ਦੇ ਬੱਚਿਆਂ ਦੀ ਨਹੀਂ ਕਾਊਂਟ ਹੁੰਦੀ? ਬੱਚਿਆਂ ਦੀ ਕਾਊਂਟ ਨਹੀਂ ਹੁੰਦੀ ਜੀ। ਓਕੇ, ਸੋ ਕਪਲ ਦੀ ਇਨਕਮ ਜਿਹੜੀ ਆ ਉਹ 93,000 ਜਾਂ ਇਸ ਤੋਂ ਘੱਟ ਹੈ ਤਾਂ ਫਿਰ ਤੁਹਾਨੂੰ ਮਿਲੇਗੀ ਓਲਡ ਏਜ, ਮਿਲੇਗੀ ਓਲਡ ਏਜ ਸਿਕਿਉਰਿਟੀ ਪੈਨਸ਼ਨ ਮਿਲਦੀ ਹੈ ਜੀ। ਤੇ ਗਰੰਟੀਡ, ਅੱਛਾ ਟੋਟਲ ਮਿਲਾ ਕੇ ਗਰੰਟੀਡ ਇਨਕਮ ਪਲੱਸ ਓਲਡ ਏਜ ਪਲੱਸ ਜਿਹੜੀ ਪੈਨਸ਼ਨ ਹੈ, ਇਹਦਾ ਕੋਈ ਮਾਰਕ ਰੱਖਿਆ ਵੀ ਇੰਨੀ ਇਨਕਮ ਮਿਨੀਮਮ ਹੋਣੀ ਚਾਹੀਦੀ ਹੈ ਤੁਹਾਡੀ ਲੈਣ ਵਾਸਤੇ? ਜਾਂ ਜਿਹੜੀ ਮੇਰੀ ਅਚੀਵਮੈਂਟ ਹੈ ਜਿਹੜੀ, ਉਹ ਮੈਨੂੰ ਕਿੰਨੇ ਪੈਸੇ ਮਿਨੀਮਮ ਹੋਣੇ ਚਾਹੀਦੇ ਨੇ ਮੇਰੇ ਕੋਲ ਹਰ ਮਹੀਨੇ? ਜੇ ਨਹੀਂ ਹੁੰਦੇ ਤਾਂ ਮੈਨੂੰ ਸਰਕਾਰ ਬਣਾ ਕੇ ਬਰਾਬਰ ਕਰ ਦਿੰਦੀ ਹੈ। ਉਹ ਕਿਹੜਾ ਕੋਈ ਰਕਮ ਹੈ ਜੀ ਕੋਈ? ਨਹੀਂ ਜੀ, ਉਹ ਇਸ ਟਾਈਮ ਇੱਦਾਂ ਦਾ ਕੋਈ ਆਪਸ਼ਨ ਨਹੀਂ ਹੈ ਕਿ ਹਾਂਜੀ ਜੇ ਮੈਨੂੰ, ਸੋ ਤੁਸੀਂ ਮੇਰੇ ਖਿਆਲ ਇੱਕ ਟੌਪਿਕ ਬੜਾ ਛੇੜ ਰਹੇ ਹੋ, ਯੂਨੀਵਰਸਲ ਮਿਨੀਮਮ ਇਨਕਮ। ਜੀ, ਇੱਕ ਕਨਸੈਪਟ ਆਇਆ ਸੀ ਅਰਾਊਂਡ ਕੋਵਿਡ ਟਾਈਮ ਦੇ ਉੱਤੇ। ਜੀ, ਉਹ ਇਹ ਆਇਆ ਸੀ ਕਿ ਭਈ ਜੇ ਸਪੋਜ਼ ਕਰੋ ਕਿ ਮੈਂ 2,000 ਤੋਂ ਨੀਚੇ ਕਮਾਨਾ ਵਾ, ਤੁਹਾਨੂੰ 2,000 ਜਿਹੜਾ ਬਾਕੀ ਡਿਫਰੈਂਸ ਹੈਗਾ ਉਹ ਸਰਕਾਰ ਦੇਵੇਗੀ। ਯੈਸ, ਮੇਰਾ ਆਈਡੀਆ ਹੀ ਹੈ। ਮੇਰਾ ਸ਼ਾਇਦ ਮੈਂ ਨਹੀਂ ਕੁਝ ਵਰਡ ਸਹੀ ਕਹਿ ਰਿਹਾ, ਯੂਨੀਵਰਸਲ ਸਮਥਿੰਗ ਆਇਆ ਸੀਗਾ, ਪ੍ਰਪੋਜ਼ਲ ਆਇਆ ਸੀਗਾ ਜੀ, ਪਰ ਉਹ ਨਹੀਂ ਪਾਸ ਨਹੀਂ ਹੋਇਆ ਜੀ। ਉਹ ਨਹੀਂ ਹੈਗਾ। ਉਹ ਜਗਮੀਤ ਸਿੰਘ ਹੋਣਾ ਦਾ ਪ੍ਰਪੋਜ਼ਲ ਸੀ ਸ਼ਾਇਦ ਜੀ, ਮੈਨੂੰ ਜ਼ਬਾਨੀ ਯਾਦ ਨਹੀਂ ਹੈ, ਲੇਕਿਨ ਇਸ ਤਰ੍ਹਾਂ ਦਾ ਪ੍ਰਪੋਜ਼ਲ ਆਇਆ ਗਿਆ ਸੀਗਾ ਕਿ ਇੱਦਾਂ ਦਾ ਹੋਣਾ ਚਾਹੀਦਾ ਹੈਗਾ ਵਾ ਮਿਨੀਮਮ। ਜਿੱਦਾਂ ਆਪਣੇ ਜੋ ਕੋਵਿਡ ਦੇ ਬੈਨੀਫਿਟ ਆਏ ਸੀਗੇ ਨਾ, ਤਾਂ ਕੋਵਿਡ ਦੇ ਬੈਨੀਫਿਟ ਇਸ ਤਰ੍ਹਾਂ ਹੀ ਆਏ ਸੀਗੇ ਕਿ $1,000 ਤੁਹਾਨੂੰ ਮਿਲਦਾ ਵੈ, ਲੇਕਿਨ ਅਗਰ ਤੁਹਾਡੀ ਕਮਾਈ ਹੈਗੀ ਹੈ ਤੇ ਜੇ 400 ਤੋਂ ਕਮਾਈ ਨਾ ਤੁਹਾਨੂੰ 600 ਮਿਲੇਗਾ ਕੋਵਿਡ ਬੈਨੀਫਿਟ। ਓਕੇ, ਤੇ ਸਿਮਿਲਰ ਥਿੰਗ ਸੀਗੀ। ਨਹੀਂ ਜੀ, ਇਸ ਟਾਈਮ ਇਸ ਤਰ੍ਹਾਂ ਦਾ ਕੋਈ ਚੀਜ਼ ਨਹੀਂ ਹੈ ਕਿ ਹਾਂਜੀ ਤੁਹਾਨੂੰ ਮਿਨੀਮਮ ਇੰਨਾ ਮਿਲੇਗਾ ਹੀ ਮਿਲੇਗਾ। ਰਾਈਟ, ਇਹਦੇ ਨੰਬਰਸ ਹੈਗੇ ਨੇ ਕਿ ਹਾਂਜੀ ਓਲਡ ਏਜ ਸਿਕਿਉਰਿਟੀ ਪੈਨਸ਼ਨ ਜਿੱਦਾਂ ਹੈਗੀ $734 ਰਫਲੀ ਹੈਗੀ ਹੈ ਜੀ, ਉਹ ਤੁਹਾਡੀ ਆਪਾਂ ਨੂੰ ਮਿਲਦੀ, ਫਿਕਸਡ ਨੰਬਰ ਹੈਗਾ ਵਾ ਉਸ ਤਰ੍ਹਾਂ, ਡਿਪੈਂਡਿੰਗ ਔਨ ਤੁਸੀਂ ਕਿੰਨੇ ਸਾਲ ਤੁਸੀਂ ਕੈਨੇਡਾ ਵਿੱਚ ਰਹੇ ਹੋ। CPP ਹੈਗਾ ਵੈ ਮੈਕਸਿਮਮ $1,400 ਤੁਹਾਨੂੰ ਮਿਲ ਸਕਦੀ ਹੈ, ਐਵਰੇਜ $800 ਮਿਲਦੀ ਹੈ। ਓਲਡ ਏਜ ਸਿਕਿਉਰਿਟੀ ਹੈਗੀ ਹੈ $600 ਜਾਂ $1,000 ਹੈ। ਸੋ ਇਹ ਨੰਬਰ ਹੈਗੇ ਨੇ, ਇਹਦੇ ਤੁਹਾਨੂੰ ਮਿਲਦੇ ਨੇ ਅਗਰ ਤੁਸੀਂ ਉਸ ਇਨਕਮ ਤੋਂ ਨੀਚੇ ਹੈਗੇ ਹੋ। ਰਾਈਟ ਜੀ, ਅਗਰ ਉੱਪਰ ਉਹ ਫਿਰ ਘੱਟ ਮਿਲਦੇ ਨੇ। ਤੇ ਸੁਰੇਸ਼ ਜੀ, ਕੁਝ ਹੁਣ ਸਵਾਲ ਆਉਣੇ ਸ਼ੁਰੂ ਹੋ ਗਏ ਨੇ ਕਿ 93,000 ਦੀ ਜਿਹੜੀ ਅਮਾਊਂਟ ਦੀ ਤੁਸੀਂ ਗੱਲ ਕੀਤੀ ਹੈ, ਕੀ ਇਹ ਨੈਟ ਇਨਕਮ ਹੈ ਕਿ ਟੈਕਸੇਬਲ ਇਨਕਮ ਹੈ? ਜੇ ਕਲੌਬੈਕ ਦੀ ਆਪਾਂ ਗੱਲ ਕਰੀਏ, ਅਸੀਂ ਦੋਨੋਂ ਵਰਡ ਨਹੀਂ ਯੂਜ਼ ਕਰਾਂਗੇ ਜੀ, ਅਸੀਂ ਕਰਾਂਗੇ ਜੀ ਐਡਜਸਟਡ ਨੈਟ ਇਨਕਮ। ਐਡਜਸਟਡ ਨੈਟ ਇਨਕਮ। ਸੋ ਜੋ ਤੁਸੀਂ ਆਪਣੀ ਟੈਕਸ ਰਿਟਰਨ ਦੇਖ ਰਹੇ ਹੋ, ਉਹਨੂੰ ਤੁਸੀਂ ਇਸ ਤਰ੍ਹਾਂ ਦੇਖੋ ਕਿ ਹਾਂ ਵੀ ਮੇਰੀ ਕਿੰਨੀ ਇਨਕਮ ਹੈ। ਜੇ ਮੇਰੀ 93,000 ਇਨਕਮ ਹੈ ਤਾਂ ਮੈਨੂੰ ਪੈਨਸ਼ਨ ਹੋਏ ਤੇ ਨਹੀਂ ਆਣੀ ਹੈਗੀ। ਉਹਦੇ ਵਿੱਚੋਂ ਕੁਝ ਚੀਜ਼ਾਂ ਇਨਕਲੂਡ ਹੁੰਦੀਆਂ ਵਾ। ਐਮਪਲੋਇਮੈਂਟ ਇਨਕਮ ਹੋ ਗਈ, ਸਪੋਜ਼ ਤੁਸੀਂ T4 ਹੈਗੀ ਹੈ, ਉਹ ਹੁੰਦੀ ਹੈ। ਤੁਹਾਨੂੰ ਡਿਵੀਡੈਂਡ ਆ ਰਿਹਾ ਵਾ, ਇੰਟਰਸਟ ਆ ਰਿਹਾ ਵਾ, ਕੈਪੀਟਲ ਗੇਨ ਹੋ ਰਿਹਾ ਵਾ, ਹੋਏਗਾ। ਤੁਹਾਨੂੰ ਕੰਮ ਦੀ ਪੈਨਸ਼ਨ ਆ ਰਹੀ ਹੈ, ਉਹ 'ਚ ਹੁੰਦਾ ਵਾ। ਪਰ ਜਿੱਦਾਂ ਆਪਣਾ ਓਲਡ ਏਜ ਸਿਕਿਉਰਿਟੀ ਪੈਨਸ਼ਨ ਹੈਗੀ ਹੈ, ਸਪਲੀਮੈਂਟ ਹੈਗੇ ਨੇ, ਇਹ ਨਹੀਂ ਐਡ ਹੁੰਦੇ ਉਹਦੇ ਵਿੱਚ। ਇਹਦੇ ਵਿੱਚ 93,000 'ਚ ਨਹੀਂ ਐਡ ਹੁੰਦੇ ਜੀ। ਸੋ ਮੈਂ ਇੱਕ ਦੂਜੀ ਵੀ ਗੱਲ ਕਹਾਂਗਾ, ਜਿਹੜੀ 93,000 ਦੀ ਲਿਮਿਟ ਹੈਗੀ ਨਾ, ਉਹ ਹਰ ਇੱਕ ਦੀ ਆਪਣੀ ਆਪਣੀ ਹੈ। ਯੈਸ, ਆਪਾਂ ਕਪਲ ਨੂੰ ਗਿਣਦੇ ਪਏ ਹੈਗੇ ਹਾਂ, ਲੇਕਿਨ ਤੁਹਾਡੀ ਪੈਨਸ਼ਨ ਜਿਹੜੀ ਹੈਗੀ, ਤੁਹਾਡੀ ਇਨਕਮ 93,000। ਸੋ ਇਹ ਨਹੀਂ ਕਿ ਤੁਹਾਡੇ ਵਾਈਫ ਦੀ ਇਨਕਮ ਵੀ, ਸਪੋਜ਼ ਤੁਹਾਡੇ ਦੋਨਾਂ ਦੀ 45,000 ਇਨਕਮ ਹੈ ਜੀ, ਤੁਹਾਨੂੰ ਸਟਿਲ ਪੈਨਸ਼ਨ ਮਿਲੇਗੀ। ਓਕੇ, ਸੋ ਇਹ ਨਾ ਸਮਝੋ ਕਿ ਹਾਂਜੀ ਵੀ 90,000 ਹੋ ਗਈ ਦੋਨਾਂ ਦੀ ਤੇ ਪੈਨਸ਼ਨ ਖਤਮ ਹੋਈ ਨਹੀਂ ਹੈਗੀ। ਸੋ ਪੈਨਸ਼ਨ ਮੀਨਸ OAS। ਜੀ, ਸੌਰੀ, ਮੈਂ ਓਲਡ ਏਜ ਸਿਕਿਉਰਿਟੀ ਪੈਨਸ਼ਨ। ਜੀ, ਆਈ ਨੋ ਇਹ ਕਨਫਿਊਜ਼ਨ ਸ਼ਾਇਦ ਚੱਲਦੀ ਪਈ ਹੈ। ਆਈ ਸ਼ੁੱਡ ਬੀ ਬੈਟਰ ਬੀ ਕਲੀਅਰ ਜੀ। ਤੋ ਯੈਸ, ਇੱਕ ਤਾਂ ਇਹ ਕਲੀਅਰ ਹੋ ਗਿਆ। ਦੂਜਾ ਸੀਗਾ ਜੀ ਕਿ ਅਮਨਦੀਪ ਦਾ ਸਵਾਲ ਹੈ ਜੀ ਕਿ 2080 ਆਵਰਸ ਪਰ ਈਅਰ, 2080 ਘੰਟੇ ਇੱਕ ਸਾਲ ਦੇ ਆਰ ਵਰਕਿੰਗ ਆਵਰਸ, ਤੇ ਹਾਊ ਕੈਨ ਏ ਕਪਲ ਲਿਵ 28,000 ਦੇ ਨਾਲ ਪਰ ਈਅਰ ਅੰਡਰ ਪ੍ਰੀਵੇਲਿੰਗ ਸਰਕਮਸਟੈਂਸਸ? ਸੋ ਇਹ ਇੱਕ ਜਨਰਲ ਸਟੇਟਮੈਂਟ ਹੈ ਜੀ ਕਿ ਅਸੀਂ ਕਦੀ ਬਿਲੀਵ ਕਰਦੇ ਹਾਂ ਕਿ ਹਾਂਜੀ ਇਹ ਜਿਹੜੇ ਪ੍ਰੋਗਰਾਮਸ ਨੇ, ਪੈਨਸ਼ਨ ਪ੍ਰੋਗਰਾਮਸ ਹੈਗੇ ਨੇ, ਇਹ ਲਿਵਿੰਗ ਪ੍ਰੋਗਰਾਮਸ ਨੇ ਕਿ ਹਾਂਜੀ ਇਹ ਤੇ ਲਿਵਿੰਗ ਹੋਏਗਾ ਆਪਣਾ, ਨਾ ਕਿ ਹਾਂਜੀ ਇਹਨੇ ਪੈਸੇ ਇਨਫ ਹੈਗੇ ਨੇ। ਨਹੀਂ ਜੀ, ਇਹਨੂੰ ਵਰਡ ਯੂਜ਼ ਕਰਨਾ ਚਾਹੀਦਾ ਸਪੋਰਟ ਪ੍ਰੋਗਰਾਮ ਹੈ।
ਜੀ ਸੋਸ਼ਲ ਅਸਿਸਟੈਂਸ ਹੈ। ਅਸਿਸਟੈਂਸ ਦਾ ਵਰਡ ਅਸਿਸਟ ਕਰਦੇ ਆ ਤੁਹਾਨੂੰ ਲਿਵਿੰਗ ਵਾਸਤੇ, ਜੀ ਜੀ ਇਹ ਰਿਪਲੇਸਮੈਂਟ ਨਹੀਂ ਹੈ ਜੀ। ਓਕੇ ਯੈਸ ਸੋ ਦੈਟਸ ਵੈਰੀ ਕਲੀਅਰ। ਵੈਰੀ ਇੰਪੋਰਟੈਂਟ ਨੋਟ ਕਿ ਹਾਂਜੀ ਜੇ ਆਪਾਂ ਵਾਪਸ ਫਿਰ ਜਾਂਦੇ ਆ ਕਿ ਜੇ ਮੇਰੇ ਪਿਤਾ ਜੀ ਨੇ ਕਿਹਾ ਸੀ ਬੇਟਾ ਜੀ $1000 ਕਮਾਉਂਦੇ ਹੋ ਤਾਂ $10 ਵਿੱਚੋਂ $100 ਸੇਵ ਕਰੀਓ। ਸੋ ਤੁਹਾਨੂੰ ਇਹਨੂੰ ਸਪੋਰਟ ਮੰਨਣਾ ਚਾਹੀਦਾ ਹੈਗਾ ਵੈ ਕਿ ਹਾਂਜੀ ਇੱਕ ਅਸਿਸਟੈਂਸ ਹੈਗੀ ਹੈ ਕਿ ਹਾਂਜੀ ਜੇ ਮੇਰਾ ਖਰਚਾ 4000 ਹੈ ਉਹ 'ਚੋਂ 2000 ਸਰਕਾਰ ਦਿੰਦੀ ਪਈ ਹੈ, ਮੈਨੂੰ 2000 ਹੋਰ ਸੋਰਸ ਵੀ ਹੋਣੇ ਚਾਹੀਦੇ। ਉਹ ਤੁਹਾਡਾ ਆਪਣਾ ਕੰਮ ਹੈ, ਬਿਲਕੁਲ ਠੀਕ ਹੈ ਜੀ। ਤੇ ਇੱਕ ਹੋਰ ਸਵਾਲ ਆਇਆ ਜੀ, ਦਵਿੰਦਰ ਜੀ ਦਾ ਸਵਾਲ ਹੈ ਜੀ ਕਿ what is the income level to get GIS? ਸੋ ਅਗਰ ਡਿਫਰੈਂਟ ਲੈਵਲ ਹੈ ਜੀ, ਮੈਂ ਜ਼ਬਾਨੀ ਸੋ ਪਹਿਲੀ ਗੱਲ ਤਾਂ ਇਹ ਕਿ ਇਹ ਨੰਬਰਸ ਮੈਂ ਦੇ ਰਿਹਾ ਨਾ, ਇਹ ਨੰਬਰਸ ਨਾ ਹਰ ਸਾਲ ਚੇਂਜ ਹੋ ਜਾਂਦੇ ਨੇ ਬਿਕਾਜ਼ ਆਫ ਇਨਫਲੇਸ਼ਨ। ਜੀ ਸੋ ਮੈਂ ਨੰਬਰ ਤੁਹਾਨੂੰ ਕਹਾਂ ਅੱਜ $734 ਹੈਗਾ ਡਾਲਰ OAS ਦਾ, ਤੇ 3 ਮਹੀਨੇ ਬਾਅਦ 736 ਵੀ ਹੋ ਸਕਦਾ ਹੈਗਾ। ਸੋ ਇਹ ਨੰਬਰ ਚੇਂਜ ਹੋ ਜਾਂਦੇ ਆ। ਸੋ ਜ਼ਬਾਨੀ ਰਫਲੀ ਨੰਬਰ ਮੈਂ ਤੁਹਾਨੂੰ ਜਿਹੜੇ ਦੇ ਰਿਹਾ ਵਾਂ ਕਿ ਜਿਹੜਾ ਸਿੰਗਲ ਬੰਦਾ ਵੈ ਉਹਦੇ $21,000 ਹਾਂਜੀ $21,000 ਤੋਂ ਇਨਕਮ ਘੱਟ ਹੈ ਤੁਹਾਨੂੰ ਮਿਲਦੇ ਨੇ ਪੂਰੇ ਹੈਗੇ ਨੇ। ਜਿਹੜਾ ਕਪਲ ਹੈਗਾ ਵਾ ਉਹਦੇ ਰਫਲੀ $28,000 ਤੋਂ $29,000 ਹੈ। ਇਹ ਬੇਸਿਕ ਨੰਬਰ ਨੇ, ਵੈਰੀ ਹਾਈ ਲੈਵਲ। ਨਾਓ ਇਟ ਡਿਪੈਂਡਸ ਔਨ ਹਰ ਇੱਕ ਬੰਦੇ ਦੀ ਸਿਚੁਏਸ਼ਨ ਦੇ ਉੱਤੇ ਜੀ। ਇੱਕ ਇਹ ਵੀ ਚੀਜ਼ ਨਾ ਆਪਾਂ ਬੜੀ ਨੋਟ ਕਰਨੀ ਜਦੋਂ ਆਪਾਂ ਕੁਐਸਚਨਸ ਨੂੰ ਆਨਸਰ ਕਰਦੇ ਆ ਨਾ, ਰੇਡੀਓ ਇੱਕ ਜੈਨਰਿਕ ਇਨਫੋਰਮੇਸ਼ਨ ਹੈ, ਇੱਕ ਆਰਟੀਕਲ, ਬਿਲਕੁਲ ਠੀਕ ਹੈ, ਇੱਕ ਗਾਈਡੈਂਸ ਹੈ ਕਿ ਹਾਂਜੀ ਤੁਸੀਂ ਕੀ ਕਰ ਸਕਦੇ ਹੋ। ਹਰ ਇੱਕ ਬੰਦੇ ਦੀ ਆਪਣੀ ਇੰਡੀਵਿਜੂਅਲ ਕੰਡੀਸ਼ਨ ਹੋ ਸਕਦੀ ਹੈ ਜਿਹੜੀ ਹਰ ਚੀਜ਼ ਨੂੰ ਅਪਲਾਈ ਨਹੀਂ ਹੋ ਸਕਦੀ ਹੈਗੀ। ਸੋ ਬੈਕ ਟੂ ਦਾ ਕੁਐਸਚਨ ਜੀ ਕਿ ਇਹ ਬੇਸਿਕ ਨੰਬਰਸ ਨੇ ਕਿ ਹਾਂਜੀ 21,000 ਤੇ 28,000 ਕਪਲ ਦੇ, ਤੇ ਉਹਦੇ ਤੇ ਪੈਨਸ਼ਨ ਤੁਹਾਨੂੰ ਸਪਲੀਮੈਂਟ ਪੂਰੇ ਮਿਲਦੇ ਨੇ। ਉਸ ਤੋਂ ਬਾਅਦ ਉਹ ਖਤਮ ਹੋਣੇ ਸ਼ੁਰੂ ਹੋ ਜਾਂਦੇ ਹੈਗੇ ਨੇ। ਸੋ ਡਿਪੈਂਡਿੰਗ ਔਨ ਤੁਹਾਡੀ ਕਿੰਨੀ ਇਨਕਮ ਹੈ, ਕਈਆਂ ਦੀ 55,000 ਤੱਕ ਵੀ ਚੱਲ ਜਾਂਦੇ ਹੈਗੇ ਜੀ। ਬਿਲਕੁਲ ਜੀ। ਹੁਣ ਇੱਕ ਸਵਾਲ ਖਾਨ ਸਾਹਿਬ ਨੇ ਪੁੱਛਿਆ ਜੀ, ਉਹ ਕਹਿੰਦੇ ਕਿ ਹਾਊ ਮਚ ਈਚ ਪਰਸਨ ਔਰ ਕਪਲ ਗੈਟ ਔਰ ਦਿਸ ਡਿਪੈਂਡਸ ਔਨ ਹਾਊ ਮਚ ਯੂ ਆਰ ਇਨ ਮੇਕਿੰਗ ਬਿਫੋਰ। ਰਿਟਾਇਰਮੈਂਟ ਦੀ ਗੱਲ ਕਰ ਰਹੇ ਨੇ। ਹੂ ਸ਼ੁਡ ਯੂ ਕੰਪਲੇਨ ਇਫ ਯੂ ਹੈਵ ਇਸ਼ੂਜ਼ ਵਿਦ ਦੈਟ? ਕੰਪਲੇਨ ਵਰਡ ਤੇ ਨਹੀਂ ਜੀ, ਆਈ ਵੁੱਡ ਸੇ ਹੂ ਸ਼ੁਡ ਵੀ ਆਸਕ ਫॉर ਜੀ। ਰਾਈਟ ਕੁਐਸਚਨ ਉਹਨਾਂ ਨੇ ਜਿਹੜਾ ਪੁੱਛਿਆ ਵੈ ਕਿ ਮੀਨਸ ਮੈਨੂੰ if I'm not getting enough of the money or I'm expecting ਕਿ ਮੇਰੇ ਪੈਸੇ ਜਿਹੜੇ in comparison to other people, ਬੜੇ ਇਹ ਕਾਮਨ ਆਉਂਦਾ ਵੀ ਕਿ ਭਈ ਮੇਰੀ ਪੈਨਸ਼ਨ 1500 ਹੈ ਤਾਂ ਉਹਦੀ ਪੈਨਸ਼ਨ 2000 ਕਿਉਂ ਹੈਗੀ ਹੈ, ਸੋ ਮੈਨੂੰ ਸ਼ਾਇਦ ਪੈਸੇ ਘੱਟ ਮਿਲਦੇ ਪਏ ਹੈਗੇ ਨੇ ਨਾ। ਸੋ ਗੋਇੰਗ ਬੈਕ ਟੂ ਹਿਸ ਕੁਐਸਚਨ, ਆਈ ਵੁੱਡ ਪ੍ਰੋਬਬਲੀ ਸੇ so Service Canada is the one who administers most of the pension programs. Old Age Security, Canada Pension Plan in there. Alberta Senior Benefit that administers Alberta Senior Benefit ਜਿਹੜਾ ਉੱਥੋਂ ਮਿਲਦਾ ਆਪਣਾ ਅਲਬਰਟਾ ਦਾ ਮਿਲਦਾ ਹੈਗਾ। So if you're concerned that you're not getting enough money, or if you're concerned that you're not having less money, you should be calling the respective departments to confirm why I'm not getting enough, why the amount is lower than the other person. They can actually give you a full explanation on that. So Service Alberta ਜਾਂ Service Canada ਦਾ? Service Canada ਜੀ and Alberta Senior Benefit ਜੀ, that's the two people. ਰਾਈਟ। ਇੱਕ ਕੁਐਸਚਨ ਆਇਆ ਜੀ ਮਨਦੀਪ ਰਿਹਲ ਜੀ ਦਾ। ਉਹ ਕਹਿੰਦੇ ਕਿ ਜੇ ਇਮੀਗ੍ਰੈਂਟ PR ਹੈ, ਲਿਵਿੰਗ ਫॉर 10 years ਇਨ ਕੈਨੇਡਾ, ਪਰ ਉਹਨਾਂ ਨੇ ਕੰਮ ਨਹੀਂ ਕੀਤਾ, ਕੋਈ ਇਨਕਮ ਨਹੀਂ ਹੈ, ਕੀ ਫੇਰ ਵੀ ਉਹਨਾਂ ਨੂੰ ਓਲਡ ਏਜ ਸਿਕਿਉਰਿਟੀ ਮਿਲੇਗੀ ਜਾਂ GIS ਮਿਲੇਗੀ? Old age security is for the people who are 65 years of old ਜੀ and a citizen and living in Canada for more than 10 years. ਜੀ। They are the people who get the... ਤੇ ਚਾਹੇ ਉਹ PR ਹੋਣ ਤੇ ਚਾਹੇ ਉਹ ਸਿਟੀਜ਼ਨ ਹੋਣ? ਮੇਰੀ ਅੰਡਰਸਟੈਂਡਿੰਗ ਹੈ ਜੀ you should be a citizen of Canada. ਓਕੇ Yeah. ਜੀ। ਤੇ ਇੱਕ ਕੁਐਸਚਨ ਆਇਆ ਜੀ ਨਰਵਿੰਦਰ ਹੁਣਾਂ ਦਾ ਕਿ OAS ਜਾਂ ਗਰੰਟੀਡ ਇਨਕਮ ਲੈਣ ਵਾਸਤੇ, ਉਹ ਤਾਂ ਤੁਸੀਂ ਕਲੀਅਰ ਕਰਤਾ ਕਿ ਕਿੰਨੇ ਸਾਲ, 10 ਸਾਲ ਦਾ ਤੁਸੀਂ ਦੱਸਿਆ, ਕਿੰਨੇ ਸਾਲ ਉਹ ਕਹਿੰਦੇ ਰਹਿਣਾ ਚਾਹੀਦਾ ਜੀ। ਤੇ ਉਹ ਪੁੱਛਦੇ ਨੇ ਕਿ ਇਜ਼ ਦੇयर ਐਨੀ ਮਿਨੀਮਮ ਨੰਬਰ ਆਫ ਈਅਰਸ ਦੈਟ ਯੂ ਸ਼ੁਡ ਹੈਵ ਟੂ ਵਰਕ ਇਨ ਕੈਨੇਡਾ ਟੂ ਗੈਟ OAS ਔਰ GIS? You do not have to work at all. ਓਕੇ। Old age security or grunt income supplement ਵਾਸਤੇ ਤੁਹਾਨੂੰ ਕੰਮ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ ਜੀ। ਸਿਰਫ CPP ਦਾ ਚੱਕਰ ਹੈ? CPP ਵਾਸਤੇ ਤੁਹਾਨੂੰ ਕੰਮ ਹੋਣਾ ਚਾਹੀਦਾ ਵੈ। ਓਲਡ ਏਜ ਵਾਸਤੇ ਤੁਹਾਨੂੰ 10 ਸਾਲ ਰਹਿਣਾ ਪੈਣਾ ਹੈਗਾ ਇੱਥੇ ਜੀ। ਇੱਕ ਕੁਐਸਚਨ ਆਇਆ ਜੀ, ਨਾਮ ਅਸੀਂ ਰੱਖ ਰਹੇ ਹਾਂ ਉਹਨਾਂ ਦਾ। ਉਹ ਕਹਿੰਦੇ ਜੀ ਕਿ ਮੇਰੇ ਕੋਲ 7 골ਡ ਬਾਰਸ ਨੇ ਜਿਹੜੀਆਂ ਪਰਚੇਜ਼ ਕੀਤੀਆਂ ਸੀ ਅਰਾਊਂਡ $3200 ਐਵਰੇਜ ਪਰ ਪ੍ਰਾਈਸ। ਹੁਣ ਉਹਦੀ ਕੀਮਤ ਬਣੀ ਗਈ ਹੈ $4800 ਦੀ।
ਜੇ ਮੈਂ ਉਹਨੂੰ ਵੇਚਾਂ ਤੇ ਮੈਨੂੰ ਇਹਦੇ ਤੇ ਟੈਕਸ ਲੱਗੇਗਾ? ਇਹ ਪੈਨਸ਼ਨ ਦਾ ਕੁਐਸਚਨ ਤੇ ਨਹੀਂ ਹੈ ਜੀ। ਯਾ ਇਹ ਆਂਦਾ ਜੀ ਕੈਪੀਟਲ ਗੇਨਸ ਦੇ ਅੰਡਰ ਜਿਹੜਾ ਇਹ ਕੁਐਸਚਨ ਆਂਦਾ ਹੈਗਾ ਵਾ। ਪਰਸਨਲ ਯੂਜ਼ ਪ੍ਰਾਪਰਟੀ ਵੀ ਇਹਨੂੰ ਕਹਿ ਸਕਦੇ ਹੈਗੇ ਆ, ਲਿਮਿਟਿਡ ਪਰਸਨਲ ਯੂਜ਼ ਪ੍ਰਾਪਰਟੀ ਵੀ ਕਹਿੰਦੇ ਹੈਗੇ ਆ ਜੀ। ਇਟ ਇਜ਼ ਸਬਜੈਕਟ ਟੂ ਟੈਕਸੇਸ਼ਨ ਜੀ, ਡਿਪੈਂਡਿੰਗ ਔਨ ਦੈਟ ਵਾਟ ਵਾਜ਼ ਯੋਰ ਪਰਪਸ ਆਫ ਯੂਜ਼ ਐਂਡ ਦੈਨ ਦੇਅਰ ਇਟ ਇਜ਼ ਸਬਜੈਕਟ ਟੂ ਟੈਕਸੇਸ਼ਨ। ਯੈਸ ਸੁਰੇਸ਼ ਜੀ, ਤੁਸੀਂ ਪਲੀਜ਼ ਹੈਡਫੋਨ ਲਾ ਲਓ ਤੇ ਸਾਡੇ ਨਾਲ ਇੱਕ ਕਾਲਰ ਨੇ, ਉਹਨਾਂ ਦੀ ਗੱਲ ਸੁਣਦੇ ਆ ਜੀ, ਉਹ ਕੀ ਕਹਿਣਾ ਚਾਹੁੰਦੇ ਨੇ। ਗਿੱਲ ਸਾਹਿਬ, ਹਰਬੰਸ ਜੀ। ਹਾਂਜੀ, ਸਤਿ ਸ੍ਰੀ ਅਕਾਲ ਜੀ ਰਿਸ਼ੀ ਜੀ। ਸਤਿ ਸ੍ਰੀ ਅਕਾਲ ਜੀ। ਮੈਂ ਮਤਲਬ 24-25 ਸਾਲ ਹੋ ਗਏ ਮੈਨੂੰ ਕੈਨੇਡਾ 'ਚ ਰਹਿੰਦੇ ਨੂੰ, ਤੇ ਜੇ ਮੈਂ ਇੰਡੀਆ ਜਾ ਕੇ ਰਹਿਣਾ ਚਾਹਵਾਂ ਤਾਂ ਮੇਰੀ ਕਿਹੜੀ ਪੈਨਸ਼ਨ ਉੱਥੇ ਜਾ ਸਕਦੀ ਹੈ ਕਿ ਨਹੀਂ ਜਾ ਸਕਦੀ? ਕੋਈ ਲਓ ਜੀ, ਆਪਾਂ ਹੁਣੇ ਪੁੱਛਦੇ ਹਾਂ ਜੀ, ਹੋਲਡ ਰੱਖਣਾ ਤੁਸੀਂ। ਓਕੇ ਜੀ ਸਰ। ਬਹੁਤ ਵਧੀਆ ਉਹਨਾਂ ਨੇ ਕੁਐਸਚਨ ਕੀਤਾ ਜੀ ਕਿ ਮੈਂ ਤਾਂ ਇੱਥੇ ਆਪਣਾ ਟਾਈਮ ਚੰਗਾ ਕੀਤਾ ਪਾਸ, ਮੈਂ ਟੈਕਸ ਪੇ ਕੀਤੇ ਨੇ ਤੇ ਮੈਂ ਸ਼ਾਇਦ CPP 'ਚ ਵੀ ਕੰਟਰੀਬਿਊਟ ਕੀਤਾ ਹੋਏਗਾ ਤੇ ਮੈਂ ਹੁਣ ਇੰਡੀਆ ਚਲੇ ਜਾਣਾ ਵਾ, ਉੱਥੇ ਮੂਵ ਹੋ ਜਾਣਾ ਹੈਗਾ। ਸੋ ਮੈਂ ਉੱਥੇ ਹੀ ਰਹਿਣਾ ਹੈਗਾ ਵਾ। ਉਹ 6 ਮਹੀਨੇ ਵਾਲੀ ਗੱਲ ਨਹੀਂ ਹੈਗੀ, ਮੈਂ ਹੁਣ ਜਾ ਰਿਹਾ ਵਾਂ ਉੱਥੇ ਤੇ ਮੈਨੂੰ ਕਿਹੜੀ ਪੈਨਸ਼ਨ ਉੱਥੇ ਮਿਲ ਸਕਦੀ। ਸੋ ਆਪਾਂ ਜੇ ਚਾਰੋਂ ਪੈਨਸ਼ਨਾਂ ਦੀ ਗੱਲ ਕਰਦੇ ਹਾਂ, ਜੇ ਓਲਡ ਏਜ ਸਿਕਿਉਰਿਟੀ ਹੈਗੀ ਹੈ, ਸੋ ਉਹਨਾਂ ਨੇ ਕਿਹਾ ਕਿ 24-25 ਸਾਲ ਹੋ ਗਏ ਮੈਨੂੰ ਰਹਿੰਦੇ ਹੋਏ ਨੂੰ, ਅਸੀਂ 20 ਸਾਲ ਜਿਹੜਾ ਨੰਬਰ ਹੈ ਉਹ ਗਿਣਨਾ ਹੈਗਾ ਵਾ। ਜੇ ਤੁਸੀਂ 20 ਸਾਲ ਤੁਸੀਂ ਰਹਿ ਲਿਆ ਵਾ, ਤੁਹਾਨੂੰ ਓਲਡ ਏਜ ਸਿਕਿਉਰਿਟੀ ਪੈਨਸ਼ਨ ਇੰਡੀਆ 'ਚ ਵੀ ਮਿਲ ਸਕਦੀ ਹੈਗੀ ਹੈ। ਓਕੇ, ਠੀਕ ਹੈ। ਗਰੰਟਡ ਇਨਕਮ ਸਪਲੀਮੈਂਟ ਨਹੀਂ, ਤੁਹਾਨੂੰ ਕੈਨੇਡਾ 'ਚ ਰਹਿਣਾ ਪੈਂਦਾ ਹੈਗਾ ਵਾ, ਤੁਹਾਨੂੰ ਉਹ ਉੱਥੇ ਨਹੀਂ ਮਿਲ ਸਕਦੇ ਹੈਗੇ। ਕੈਨੇਡਾ ਪੈਨਸ਼ਨ ਪਲਾਨ CPP, ਤੁਸੀਂ ਬਾਹਰ ਜਾਂਦੇ ਹੋ, ਕੋਈ ਲਿਮਿਟ ਨਹੀਂ ਹੈ ਕਿ ਤੁਸੀਂ ਕਿੰਨੇ ਸਾਲ ਇੱਥੇ ਰਹੇ ਸੀ, ਕਿੰਨੇ ਸੇ। ਜੇ ਤੁਸੀਂ ਕੰਮ ਦੇ ਵਿੱਚ ਕੰਟਰੀਬਿਊਟ ਕੀਤਾ ਸੀਗਾ, ਤੁਸੀਂ ਆਪਣੇ CPP ਪੈਨਸ਼ਨ ਐਲੀਜੀਬਲ ਹੈਗੇ ਹੋ, ਤੁਹਾਨੂੰ ਉੱਥੇ ਜਾ ਕੇ ਵੀ CPP ਪੈਨਸ਼ਨ ਮਿਲਦੀ ਹੈਗੀ ਹੈ। ਸੋ ਮੇਨ ਜਿਹੜੀਆਂ ਦੋ ਪੈਨਸ਼ਨਾਂ ਨੇ, ਓਲਡ ਏਜ ਸਿਕਿਉਰਿਟੀ ਤੇ CPP, ਇਹ ਤੁਸੀਂ ਬਾਹਰ ਜਾਂਦੇ ਹੋ ਤੁਹਾਨੂੰ ਇਹ ਮਿਲ ਸਕਦੀਆਂ ਵੈ, ਡਿਪੈਂਡਿੰਗ ਔਨ ਤੁਸੀਂ ਕਿੰਨੇ ਸਾਲ ਕੈਨੇਡਾ 'ਚ ਰਹੇ ਹੋ। ਰਾਈਟ। ਲਾਸਟ ਤੁਹਾਡੀ ਵਰਕ ਪੈਨਸ਼ਨ ਹੈ, ਜੇ ਤੁਹਾਡੀ ਕੰਮ ਤੋਂ ਪੈਨਸ਼ਨ ਹੈਗੀ ਹੈ ਤਾਂ ਉਹ ਕੰਮ ਦੀ ਪੈਨਸ਼ਨ ਦੇ ਪੈਨਸ਼ਨ ਦੇ ਰੂਲ ਹੋਣਗੇ, ਪਰ ਜਨਰਲੀ ਉਹ ਤੁਹਾਨੂੰ ਪੈਨਸ਼ਨ ਉੱਥੇ ਵੀ ਮਿਲ ਸਕਦੀ ਹੈ। ਰਾਈਟ ਜੀ। ਤੇ ਇੱਕ ਹੋਰ ਜਿਹੜੇ ਕੁਐਸਚਨਸ ਨੇ ਜੀ, ਬੜੀ ਮਿਹਰਬਾਨੀ ਜੀ, ਬਹੁਤ ਬਹੁਤ ਸ਼ੁਕਰੀਆ। ਰਿਸ਼ਤੀ ਇੱਕ ਕਰੈਕਸ਼ਨ ਮੈਂ ਕਰਨਾ ਚਾਹੁੰਦਾ ਵਾਂ। ਹੁਣੇ ਆਪਣਾ ਇੱਕ ਕਾਲਰ ਦਾ ਕੁਐਸਚਨ ਆਇਆ ਸੀਗਾ ਕਿ ਮੈਂ ਸਿਟੀਜ਼ਨ ਹੋਵਾਂ ਜਾਂ PR, ਓਲਡ ਏਜ ਸਿਕਿਉਰਿਟੀ ਪੈਨਸ਼ਨ ਮੈਨੂੰ ਉਹ ਮਿਲ ਸਕਦੀ ਹੈ ਕਿ ਨਹੀਂ ਮਿਲ ਸਕਦੀ ਹੈਗੀ। ਉਹ ਕਰੈਕਸ਼ਨ ਇਹ ਹੈਗੀ ਕਿ ਤੁਹਾਨੂੰ ਸਿਟੀਜ਼ਨ ਹੋਣਾ ਜ਼ਰੂਰੀ ਨਹੀਂ ਹੈ। ਤੁਸੀਂ ਅਗਰ ਪਰਮਾਨੈਂਟ ਰੈਜ਼ੀਡੈਂਟ ਹੈਗੇ ਹੋ, ਤੁਸੀਂ 10 ਸਾਲ ਇੱਥੇ ਰਹੇ ਹੋ, ਤੁਹਾਨੂੰ ਫਿਰ ਵੀ ਓਲਡ ਏਜ ਸਿਕਿਉਰਿਟੀ ਦੀ ਪੈਨਸ਼ਨ ਮਿਲ ਸਕਦੀ ਹੈਗੀ ਹੈ। ਸੋ ਮੈਂ ਉਹ ਕਰੈਕਸ਼ਨ ਮਾਫੀ ਕਹਾਂਗਾ, ਉਹ ਕਰੈਕਸ਼ਨ ਮੈਂ ਕਰਨਾ ਚਾਹਾਂਗਾ। ਸੋ ਚਾਹੇ ਤੁਸੀਂ PR ਹੋ ਚਾਹੇ ਸਿਟੀਜ਼ਨ ਹੋ, ਤੁਹਾਨੂੰ OAS GIS ਮਿਲਣਗੇ ਜੇ ਤੁਹਾਡੀ ਇਨਕਮ ਉਸ ਦੇ ਵਿੱਚ ਆਉਂਦੀ ਹੈ ਤਾਂ। ਬਿਲਕੁਲ ਠੀਕ। ਇੱਕ ਕੁਐਸਚਨ ਆ ਜੀ ਕਿ ਇਫ ਐਨੀਵਨ ਹੈਜ਼ ਇਨਹੈਰੀਟੈਂਸ ਪ੍ਰਾਪਰਟੀ ਔਰ ਇਨਵੈਸਟਮੈਂਟ ਆਊਟਸਾਈਡ ਆਫ ਕੈਨੇਡਾ, ਕੀ ਇਹ ਕਾਊਂਟ ਹੋਏਗੀ ਸਾਡੀ ਇਨਕਮ ਦੇ ਵਿੱਚ? ਦੇਖੋ ਜੀ, ਪ੍ਰਾਪਰਟੀ ਇਨਕਮ 'ਚ ਨਹੀਂ ਕਾਊਂਟ ਹੁੰਦੀ। ਪ੍ਰਾਪਰਟੀ ਇੱਕ ਆਪਣਾ ਐਸਟ ਹੈ, ਅਸੀਂ ਉਹਨੂੰ ਕਹਿੰਦੇ ਹਾਂ, ਤੁਹਾਡੀ ਆਪਣਾ ਇੱਕ ਵੈਲਥ ਹੈਗੀ ਹੈ। ਪ੍ਰਾਪਰਟੀ ਜਿਹੜੀ ਇਨਕਮ ਆਉਂਦੀ ਹੈ ਉਹ ਕਾਊਂਟ ਹੁੰਦੀ ਹੈ। ਓਕੇ। ਸੋ ਜੇ ਤੁਹਾਡੀ ਪ੍ਰਾਪਰਟੀ ਇਨਹੈਰੀਟੈਂਸ ਪ੍ਰਾਪਰਟੀ ਇੰਡੀਆ ਵਿੱਚ ਹੈਗੀ ਹੈ, ਜੇ 2 ਘਰ ਪਏ ਆ ਤਾਂ ਕੋਈ ਫਰਕ ਨਹੀਂ, ਪਰ ਜੇ ਤੁਸੀਂ ਕੋਈ ਐਸੀ ਚੀਜ਼ ਹੈ ਜਿਸ ਤੋਂ ਪੈਸਾ ਆ ਰਿਹਾ ਤੁਹਾਨੂੰ, ਬਿਲਕੁਲ, ਜੇ ਰੈਂਟ ਆ ਰਿਹਾ ਵਾ, ਸਪੋਜ਼ ਕਰੋ, ਜੇ ਰੈਂਟ ਆ ਤਾਂ ਉਹ ਗਿਣਿਆ ਜਾਏਗਾ ਜੀ। ਜਸਵਿੰਦਰ ਥਿੰਦ ਜੀ ਪੁੱਛਦੇ ਨੇ ਜੀ ਕਿ ਸਾਡੇ ਬੈਂਕ ਵਿੱਚ ਅਮਾਊਂਟ ਹੈ ਕਿ ਉਹ ਵੀ ਇਨਕਮ ਵਿੱਚ ਗਿਣੀ ਜਾਏਗੀ ਜੇ ਬੈਂਕ ਅਕਾਊਂਟ 'ਚ ਤੁਹਾਡੇ ਪੈਸੇ ਪਏ ਨੇ? ਨਹੀਂ ਜੀ, ਉਹ ਤਾਂ ਕੈਸ਼ ਹੋ ਗਿਆ ਤੁਹਾਡਾ ਨਾ, ਉਹ ਤੁਹਾਡਾ ਆਪਣੀ ਪ੍ਰਾਪਰਟੀ ਹੈ। ਓਕੇ। ਉਹ 'ਚੋਂ ਇੰਟਰਸਟ ਜਿਹੜਾ ਆਏਗਾ, ਇੰਟਰਸਟ ਤੁਹਾਡੀ ਇਨਕਮ ਹੋਏਗਾ। ਬਿਲਕੁਲ ਠੀਕ। ਰਾਈਟ ਜੀ। ਤੇ ਉਹ ਕਹਿੰਦੇ ਜੀ ਕਿ ਇਹਨਾਂ ਨੇ ਪੁੱਛਿਆ ਜੀ ਕਿ ਮੈਂ 2006 ਤੋਂ ਲੈ ਕੇ 2024 ਤੱਕ ਕੰਮ ਕੀਤਾ, ਹੁਣ ਮੇਰੀ ਸਿਹਤ ਹੋ ਗਈ ਖਰਾਬ ਤੇ ਮੈਂ ਨੌਕਰੀ ਦਿੱਤੀ ਹੈ ਛੱਡ, ਤੇ ਮੈਨੂੰ ਆਪਣੀ ਪੈਨਸ਼ਨ ਤੋਂ ਇਲਾਵਾ ਕੀ ਮਿਲ ਸਕਦਾ ਹੈ? ਸੋ ਪਹਿਲੀ ਚੀਜ਼ ਤਾਂ ਸੇਮ ਆਏਗੀ ਜੀ, ਸਿਚੁਏਸ਼ਨ, ਇੰਡੀਵਿਜੂਅਲ ਸਿਚੁਏਸ਼ਨ, ਰਾਈਟ। ਹੁਣ ਤੁਹਾਡੀ ਉਮਰ ਕਿੰਨੀ ਹੈ ਜੀ? ਸੋ ਮੈਨੂੰ ਪਤਾ ਨਹੀਂ ਕਿ ਹਾਂ ਜੀ ਉਹਨਾਂ ਦਾ ਕਿਸ ਤਰ੍ਹਾਂ ਹੈ। 65 ਤੋਂ ਉੱਪਰ ਹੋਈ ਕਿ ਨਹੀਂ ਹੋਈ? 65 ਤੋਂ ਉੱਪਰ ਹੋਈ ਕਿ ਨਹੀਂ ਹੋਈ ਹੈ। ਜੇ 65 ਤੋਂ ਨੀਚੇ ਹੈਗੀ ਹੈ, ਜੇ ਉਹਨਾਂ ਨੇ ਕੰਮ ਕੀਤਾ ਵੈ, ਤਾਂ ਮੈਂ ਕਹਾਂ ਕਿ ਰੱਬ ਨਾ ਕਰੇ ਕਿ ਉਹਨਾਂ ਦੀ ਕੋਈ ਇੱਦਾਂ ਦੀ ਕੰਡੀਸ਼ਨ ਹੋ ਗਈ ਕਿ ਡਿਸੇਬਿਲਿਟੀ ਵਾਲੀ ਕੰਡੀਸ਼ਨ ਹੋ ਗਈ, ਕਿ ਉਹ ਡਿਸੇਬਲਡ ਹੋ ਗਏ ਨੇ, ਕੋਈ ਸ਼ਾਰਟ ਟਰਮ ਜਾਂ ਲੌਂਗ ਟਰਮ ਡਿਸੇਬਿਲਿਟੀ, ਜੋ ਵੀ ਉਹਨਾਂ ਨੂੰ ਡਿਸੇਬਿਲਿਟੀ ਹੈਗੀ ਹੈ, ਉਹਨਾਂ ਨੂੰ ਇੱਕ CPP ਡਿਸੇਬਿਲਿਟੀ ਪੈਨਸ਼ਨ ਜਲਦੀ ਸ਼ੁਰੂ ਹੋ ਸਕਦੀ ਹੈਗੀ ਹੈ। ਆਪਾਂ ਪਿਛਲੀ ਵਾਰੀ ਵੀ ਗੱਲ ਕੀਤੀ ਸੀ, 46 ਸਾਲ ਦੀ ਉਮਰ ਹੈ ਜੀ, ਕਹਿੰਦੇ 46 ਸਾਲ ਦੀ। ਸੋ ਜੇ ਰੱਬ ਨਾ ਕਰੇ ਉਹਨਾਂ ਦੀ ਡਿਸੇਬਿਲਿਟੀ ਇਸ ਤਰ੍ਹਾਂ ਦੀ ਹੈਗੀ ਹੈ, ਜਿਹੜੀ ਲੌਂਗ ਟਰਮ ਦੀ ਹੈਗੀ ਹੈ, ਤਾਂ CPP ਡਿਸੇਬਿਲਿਟੀ ਪੈਨਸ਼ਨ ਅਰਲੀ ਅਪਲਾਈ ਕਰ ਸਕਦੇ ਨੇ। ਨਾਰਮਲੀ 60 ਸਾਲ ਤੋਂ ਬਾਅਦ ਹੁੰਦੀ ਹੈ, ਪਰ ਉਹ ਜਲਦੀ ਅਪਲਾਈ ਕਰ ਸਕਦੇ ਹੈਗੇ ਨੇ।
ਜੀ। ਬਾਕੀ ਉਹਨਾਂ ਦੀ ਕੰਡੀਸ਼ਨ ਹੈ ਜੀ। देयर इज ਮੈਨੀ ਅਦਰ ਪ੍ਰੋਗਰਾਮਸ। ਆਪਣੇ ਕੋਲ ਏਸ਼ ਪ੍ਰੋਗਰਾਮ ਹੈਗਾ ਵੈ, ਮੈਨੂੰ ਪੂਰਾ ਅਸ਼ੋਰਡ ਇਨਕਮ ਫਾਰ ਸਵੀਅਰ ਹੈਂਡੀਕੈਪ ਅਲਬਰਟਾ ਦਾ ਹੈਗਾ ਵੈ, ਉਹ ਐਪਲੀਕੇਸ਼ਨ ਹੋ ਸਕਦੀ ਹੈਗੀ ਹੈ। ਉਸ ਤੋਂ ਇਲਾਵਾ ਹੋਰ ਪ੍ਰੋਗਰਾਮਸ ਡਿਪੈਂਡਿੰਗ ਔਨ ਉਹਨਾਂ ਦੀ ਕੀ ਕੰਡੀਸ਼ਨ ਹੈ ਜੀ। ਤੇ ਅਮਨਦੀਪ ਸੰਧੂ ਕਹਿੰਦੇ ਨੇ ਜੀ ਕਿ ਮੇਰੇ ਪੇਰੈਂਟਸ ਦੇ ਆਰ ਗੈਟਿੰਗ 올ਡ ਏਜ ਐਂਡ CPP, ਪਰ ਲਾਸਟ ਈਅਰ ਉਹਨਾਂ ਨੇ ਆਪਣੀ RRSP ਘਟਾ ਲਈ ਤੇ ਹੁਣ ਉਹਨਾਂ ਦੇ ਦੋਵੇਂ ਬੈਨੀਫਿਟਸ ਜਿਹੜੇ ਨੇ ਉਹ ਘਟਾ ਦਿੱਤੇ ਗਏ ਨੇ ਤੇ ਉਹ ਅਜੇ ਵੀ 28,000 ਤੋਂ ਥੱਲੇ ਹੀ ਆ ਤੇ ਕਪਲ ਇਨਕਮ ਜਿਹੜੀ ਹੈ ਉਹਨਾਂ ਦੀ। ਸੋ ਵਾਟ ਇਜ਼ ਦੀ ਬੈਸਟ ਵੇ ਟੂ ਵਿਦਡਰਾ RRSP ਇਨ ਫਿਊਚਰ? ਸੋ ਵਾਪਸ ਮੈਂ ਆਵਾਂਗਾ ਜੀ ਕਿ ਪਹਿਲੀ ਗੱਲ CPP ਹੈਗਾ ਵੈ, CPP ਦੇ ਨਾਲ ਇਨਕਮ ਦਾ ਇਫੈਕਟ ਨਹੀਂ ਹੈਗਾ ਜੀ। ਸੋ ਅਗਰ ਤੁਸੀਂ RRSP 'ਚ ਪੈਸੇ ਕਢਾਏ ਨੇ, ਤੁਹਾਡੀ CPP ਪੈਨਸ਼ਨ ਨਹੀਂ ਕੱਟਣੀ ਚਾਹੀਦੀ ਹੈਗੀ। ਸੋ ਦੈਟ ਇਟ ਸ਼ੁੱਡ ਬੀ ਵੈਰੀ ਕਲੀਅਰ। ओल्ड एज सिक्योरिटी सेम थिंग, अगर थोड़ी इनकम 93,000 तो ऊपर क्रॉस कर दी है RRSP पैसे कटान दे, इट विल अफेक्ट इट। गारंटेड इनकम सप्लीमेंट डेफिनेटली, क्योंकि अगेन ਉਹਦੀ थ्रैशोल्ड बहुत नीचे हैगी है। सो ਇਹ ਆਪਾਂ ਪਿਛਲੀ ਵਾਰੀ ਵੀ ਕਿਹਾ ਸੀਗਾ ਕਿ ਐਜ਼ ਯੂ ਆਰ ਗੈਟਿੰਗ ਕਲੋਜ਼ਰ, ਕਿਤੇ 65 ਸਾਲ ਦੇ ਨੇੜੇ ਜਾਂਦੇ ਪਏ ਹੈਗੇ, ਤੁਹਾਨੂੰ ਉਸ ਤੋਂ ਪਹਿਲਾਂ ਹੀ ਪਲੈਨਿੰਗ ਕਰਨੀ ਸ਼ੁਰੂ ਕਰਨੀ ਚਾਹੀਦੀ ਹੈਗੀ ਹੈ ਕਿ ਹਾਂਜੀ ਮੇਰਾ ਪੈਸਾ RRSP 'ਚ ਪਿਆ ਹੋਇਆ, ਇਹ ਕਿਵੇਂ ਕਢਾਉਣਾ, ਕਿੱਦਾਂ ਕਢਾਉਣਾ ਜੀ। ਦੂਜੀ ਗੱਲ ਜਿਹੜੀ ਇੱਕ ਹੋਰ ਤੁਸੀਂ ਹੈਗੀ ਹੈ ਕਿ ਏਜ 71 ਤੁਸੀਂ RRSP ਨੂੰ ਡਿਲੇ ਕਰਦੇ ਹੋ, ਹਾਂਜੀ ਅਸੀਂ ਬਾਅਦ ਚੋਂ ਕੱਢਾਂਗੇ, ਦੈਟਸ ਦਾ ਮੈਟਰ ਕਿ ਅੱਜ ਤੁਸੀਂ RRSP 'ਚ ਪੈਸੇ ਪਾਏ ਨਹੀਂ, ਤੁਹਾਨੂੰ ਟੈਕਸ ਬਚਦਾ ਵਾ, ਜਦੋਂ ਕਢਾਉਂਦੇ ਹੋ ਤੁਸੀਂ ਟੈਕਸ ਪੇ ਕਰਦੇ ਹੋ ਜੀ। ਐਟ ਏਜ 71 ਇਜ਼ ਕੰਪਲਸਰੀ ਕਿ ਤੁਹਾਨੂੰ ਕਢਾਉਣੇ ਹੀ ਪੈਣੇ ਨੇ। ਓਕੇ, ਸੋ ਦੈਟ ਮੀਨਸ ਸਪੋਜ਼ ਕੋਈ $1,00,000 ਪਿਆ ਹੋਇਆ RRSP ਦਾ, ਤੁਹਾਨੂੰ 71 ਸਾਲ ਦੀ ਏਜ ਹੋ ਗਈ ਹੈ, ਤੁਹਾਨੂੰ $1,00,000 ਕਢਾਉਣਾ ਪੈਣਾ ਵਾ। ਤੁਹਾਡੀ ਇਨਕਮ ਸਿੱਧਾ $1,00,000 ਹੋ ਗਈ, ਤੁਹਾਡੀ ਸਾਰੀਆਂ ਪੈਨਸ਼ਨਾਂ ਖਤਮ ਹੋ ਗਈਆਂ, ਰਾਈਟ। ਸੋ ਉਹਦੀ ਅਗਰ ਪਲੈਨਿੰਗ ਕੀਤੀ ਜਾਵੇ ਕਿ ਜੇ ਪਲੈਨਿੰਗ ਸਪੋਜ਼ ਕਰੋ ਕਿ 65 ਤੋਂ ਪਹਿਲੇ ਹੀ ਆਪਾਂ ਕੋਸ਼ਿਸ਼ ਕਰੀਏ ਕਿ ਉਹਨੂੰ ਕੱਢ ਲਈਏ, ਜਾਂ ਆਪਾਂ ਉਹਨੂੰ ਕਨਵਰਟ ਕਰਦੇ ਹਾਂ ਰਿਫ ਅਕਾਊਂਟ ਦੇ ਵਿੱਚ, ਉਹਨੂੰ ਕਹਿੰਦੇ RIF ਰਿਫ ਅਕਾਊਂਟ ਜਿਹੜਾ ਹੈਗਾ ਵਾ, ਰਿਟਾਇਰਮੈਂਟ ਇਨਕਮ ਫੰਡ ਹੈਗਾ ਵਾ, ਉਹਦੇ ਨਾਲ ਤੁਸੀਂ ਉਹਦੀ ਪੈਨਸ਼ਨ ਬਣਾ ਸਕਦੇ ਹੋ ਨਿੱਕੇ ਨਿੱਕੇ ਪੈਸੇ ਦੀ, ਠੀਕ ਹੈ ਜੀ। ਤੁਸੀਂ ਉਹਨੂੰ ਪਲੈਨਿੰਗ ਇਸ ਤਰ੍ਹਾਂ ਕਰਨੀ ਹੈ ਕਿ ਹਾਂਜੀ ਮੈਂ ਜਿੰਨੇ ਪੈਸੇ ਕੱਢਾਂ ਉਹ ਮੇਰੀ ਲਿਮਿਟ ਤੋਂ ਨੀਚੇ ਰਹਿਣ। ਜੇ ਲਿਮਿਟ ਤੋਂ ਨੀਚੇ ਰਹਿੰਦੇ ਨੇ ਤੁਹਾਡੀ ਪੈਨਸ਼ਨ ਨੂੰ ਫਰਕ ਨਹੀਂ ਪਏਗਾ ਜੀ, ਪਰ ਹਾਂ ਤੁਸੀਂ ਇਕੱਠੇ ਕਢਾਓਗੇ ਇਟ ਵਿਲ ਅਫੈਕਟ ਜੀ, ਰਾਈਟ। ਤੇ ਇੱਕ ਕੁਐਸਚਨ ਆਇਆ ਜੀ ਕਿ ਮੇਰੀ ਜੇ ਉਹ ਕਹਿੰਦੇ ਸੈਲਰੀ 93,000 ਹੈ ਤੇ ਤੁਸੀਂ $3,000 RRSP 'ਚ ਪਾ ਰਹੇ ਹੋ ਤੇ ਫਿਰ 올ਡ ਏਜ ਸਿਕਿਉਰਿਟੀ ਮਿਲੇਗੀ? ਮੈਂ ਵਾਪਸ ਉੱਥੇ ਜਾਵਾਂਗਾ ਜੀ। ਐਡਜਸਟਡ ਨੈਟ ਇਨਕਮ ਜੀ, ਤੁਹਾਨੂੰ ਇੱਕ ਸ਼ੀਟ ਆਉਂਦੀ ਹੈ ਜਿਸ ਸ਼ੀਟ ਦੇ ਵਿੱਚ ਉਹਦੀ ਪੂਰੀ ਕੈਲਕੂਲੇਸ਼ਨ ਆਉਂਦੀ ਹੈ ਕਿ ਹਾਂਜੀ ਮੇਰੀ ਕਿੰਨੀ ਇਨਕਮ ਹੈ, ਉਹ 'ਚੋਂ ਕਿੰਨੇ ਕਿਹੜੀ ਇਨਕਮ ਹੈਗੀ ਹੈ, ਤੁਹਾਨੂੰ ਉਹ ਸ਼ੀਟ ਦੇਖਣੀ ਚਾਹੀਦੀ ਹੈ ਜੀ, ਰਾਈਟ। ਤੇ ਰਾਹੁਲ ਜੀ ਦਾ ਕਹਿਣਾ ਹੈ ਜੀ ਕਿ ਮੇਰੀ ਫਿਊਚਰ ਪਲੈਨਿੰਗ, ਮੈਂ ਹੁਣ ਹਜੇ 37 ਸਾਲ ਦਾ ਹਾਂ ਤੇ ਮੈਂ ਚਾਹੁੰਦਾ ਕਿ ਮੈਨੂੰ ਰਿਟਾਇਰਮੈਂਟ ਤੋਂ ਬਾਅਦ $4,000 ਤੋਂ $5,000 ਮਿਲਣ, ਤੇ ਮੈਨੂੰ ਕਿਸ ਤਰ੍ਹਾਂ ਦੀ ਇਨਵੈਸਟਮੈਂਟ ਪਲੈਨਿੰਗ ਕਰਨੀ ਚਾਹੀਦੀ ਹੈ? ਇਹ 37 ਸਾਲ 'ਚ ਇਹਨੂੰ 65 ਦਾ ਫਿਕਰ ਪੈ ਗਿਆ ਮੁੰਡੇ ਨੂੰ। ਨਹੀਂ ਜੀ, ਚੰਗੀ ਗੱਲ ਹੈ ਜੀ। ਮੈਂ ਇਹ ਕਹਾਂਗਾ ਜੀ ਕਿ ਜਿੰਨੀ ਜਲਦੀ ਸ਼ੁਰੂ ਕਰਦੇ ਹੋ ਤੁਸੀਂ ਇਸ ਬਾਰੇ ਸੋਚਣਾ, ਸ਼ਾਇਦ ਤੁਸੀਂ ਉਹਨੇ ਜ਼ਿਆਦਾ ਸਮਝਦਾਰ ਹੋ ਜੀ। ਲੇਕਿਨ ਉਸ ਤੋਂ ਸਮਝਦਾਰੀ ਮੈਂ ਕਹਾਂਗਾ ਜੀ ਰੈਡ ਹੈਮਦਮ ਦੇ ਉੱਤੇ ਬੜੇ ਰੈਫਰੈਂਸ ਆਉਂਦੇ ਜੀ ਫਾਈਨੈਂਸ਼ੀਅਲ ਪਲੈਨਰਸ ਦੇ, ਕੁਛ ਲੋਕ ਆਪਣਾ ਇੱਥੇ ਆਪਣਾ ਕੰਟਰੀਬਿਊਟ ਵੀ ਕਰਦੇ ਹੈਗੇ ਨੇ ਜੀ ਜੀ। ਮੈਂ ਕਹਾਂਗਾ ਉਹਨਾਂ ਨਾਲ ਪਲੀਜ਼ ਕੰਟੈਕਟ ਕਰੋ ਜੀ, ਬਿਲਕੁਲ। ਇਟਸ ਇੰਪੋਰਟੈਂਟ ਥਿੰਗ, ਫਾਈਨੈਂਸ਼ੀਅਲ ਪਲੈਨਿੰਗ ਜਿਹੜੀ ਹੈ ਉਹ ਤੁਹਾਨੂੰ ਗਾਈਡ ਕਰ ਸਕਦੇ ਹੈ ਕਿ ਹਾਂਜੀ ਤੁਹਾਨੂੰ ਕਿੰਨੇ ਪੈਸੇ ਚਾਹੀਦੇ ਨੇ ਰਿਟਾਇਰਮੈਂਟ ਤੇ, ਉਹਦੇ ਤੇ ਕਿੱਦਾਂ ਕਿਹੜੀ ਇਨਵੈਸਟਮੈਂਟਸ ਕਰੋ। ਤੇ ਤੁਸੀਂ ਮਦਾਨ ਸਾਹਿਬ ਵੈਸੇ ਫਾਈਨੈਂਸ਼ੀਅਲ ਪਲੈਨਿੰਗ ਕਰਦੇ ਹੋ? ਨਹੀਂ ਜੀ, ਪਿਓਰਲੀ ਐਨ ਅਕਾਊਂਟੈਂਟ ਜੀ। ਠੀਕ ਹੈ ਜੀ, ਠੀਕ ਹੈ ਜੀ। ਤੇ ਇੱਕ ਆਖਰੀ ਸਵਾਲ ਹੈ ਜੀ ਕਿ ਇਹ ਕੀ ਅਲਬਰਟਾ ਦੀ ਸਰਕਾਰ ਨੇ ਕੋਈ ਡਿਸੇਬਿਲਿਟੀ ਅਮਾਊਂਟ $2,400 ਦੇਣ ਦਾ $2,400 ਦੇਣੇ ਸ਼ੁਰੂ ਕੀਤੇ ਨੇ? ਕੀ ਇਸ ਦਾ ਕੋਈ ਕ੍ਰਾਈਟੀਰੀਆ ਦੀ ਜਾਣਕਾਰੀ ਹੈ? ਮੈਨੂੰ ਜ਼ਬਾਨੀ ਮੈਂ ਨਹੀਂ ਕਹਿ ਸਕਦਾ ਜੀ। ਪ੍ਰੋਗਰਾਮਸ ਬਹੁਤ ਹੈਗੇ ਨੇ, ਆਪਾਂ ਕਹਿੰਦੇ ਹਾਂ ਏਜ ਤੋਂ ਸ਼ੁਰੂ ਕਰਦੇ ਹੈਗੇ ਆ। ਏਜ ਦਾ ਇਜ਼ ਮੋਸਟ ਕਾਮਨ ਪ੍ਰੋਗਰਾਮ, ਰਾਈਟ। ਜਿਹੜਾ ਨਵਾਂ ਇੱਕ ਡਿਸੇਬਿਲਿਟੀ ਸਪੋਰਟ ਡਿਡਕਸ਼ਨ ਆਪਣਾ ਇੱਕ ਬੈਨੀਫਿਟ ਸ਼ੁਰੂ ਹੋਇਆ ਵਾ, ਫੈਡਰਲ ਗਵਰਨਮੈਂਟ ਦਾ ਸ਼ੁਰੂ ਹੋਇਆ ਹੈਗਾ ਵਾ। ਸੋ ਆਮ ਨੋਟ ਸ਼ੋਰ ਉਹ ਕਿਹੜਾ ਮੈਂਸ਼ਨ, ਆਈ ਥਿੰਕ ਉਹ ਜਿਹੜਾ ਹੈਗਾ ਉਹ ਫੈਡਰਲ ਗਵਰਨਮੈਂਟ ਦਾ ਮੈਂਸ਼ਨ ਕਰ ਰਹੇ ਨੇ। ਜਿਹੜਾ ਨਵਾਂ ਇਸ ਸਾਲ ਤੋਂ ਸ਼ੁਰੂ ਹੋਇਆ ਵਾ ਜੁਲਾਈ ਤੋਂ, ਜਿਹੜਾ ਪਰ ਮੰਥ ਪੈਸੇ ਆਉਂਦੇ ਨੇ ਡਿਸੇਬਿਲਿਟੀ ਸਪੋਰਟ 'ਤੇ।
ਉਹ ਪੋਸੀਬਲ ਹੋ ਸਕਦਾ ਹੈਗਾ ਵੈ, ਲੇਕਿਨ ਮੈਂ ਸੁਜੈਸਟ ਕਰਾਂਗਾ ਕਿ ਤੁਸੀਂ ਅਗਰ ਆਨਲਾਈਨ ਜਾ ਕੇ ਵੈਬਸਾਈਟ 'ਤੇ ਦੇਖਦੇ ਹੋ ਦੈਨ ਯੂ ਕੈਨ ਗੈਟ ਮੋਰ ਇਨਫੋਰਮੇਸ਼ਨ। ਜੀ ਬਹੁਤ ਸ਼ੁਕਰੀਆ ਮਦਾਨ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਸਾਰੇ ਸਵਾਲ ਰਹਿ ਵੀ ਗਏ ਨੇ ਪਰ ਹੁਣ ਸਮਾਂ ਮੈਨੂੰ ਇਜਾਜ਼ਤ ਨਹੀਂ ਦਿੰਦਾ। ਥੈਂਕ ਯੂ ਵੈਰੀ ਮਚ ਫॉर ਜॉइनिंग ਅਸ। ਥੈਂਕ ਯੂ ਰਿਸ਼ੀ ਜੀ। ਹੋਪਫੁਲੀ ਜੀ ਮੇਰੇ ਕੁਝ ਸਵਾਲਾਂ ਦਾ ਕੁਝ ਜਵਾਬ ਕਿਸੇ ਨੂੰ ਕੋਈ ਫਾਇਦਾ ਹੋਇਆ ਹੋਏਗਾ ਜੀ, ਜਾਂ ਕੁਝ ਨੌਲੇਜ ਮਿਲ ਸਕੀ ਹੋਏਗੀ। I appreciate having me ਜੀ। ਥੈਂਕ ਯੂ ਸਰ, ਬਹੁਤ ਮਿਹਰਬਾਨੀ। ਥੈਂਕ ਯੂ ਰਿਸ਼ੀ ਜੀ।